ਅਸੀਂ ਆਪਣੇ ਸ਼ਹਿਰ ਵਾਪਸ ਆਉਂਦੇ ਆ ਤੇ ਜਦੋਂ ਅਸੀਂ ਆਪਣੇ ਸ਼ਹਿਰ ਦੀ ਗੱਲ ਕਰਦੇ ਆ ਤੇ ਜਦੋਂ ਅਸੀਂ ਕਤਲੇਆਮ ਦੀ 84 ਦੇ ਕਤਲੇਆਮ ਦੀ ਗੱਲ ਕਰਦੇ ਆ, ਅਸੀਂ ਸਾਰੇ ਜਾਣਦੇ ਆ ਕਿ 1984 ਦੇ ਵਿੱਚ ਕੀ ਹੋਇਆ ਸੀ ਸਾਡੇ ਨਾਲ। ਜੈਨੋਸਾਈਡ ਦੀ ਜਦੋਂ ਅਸੀਂ ਗੱਲ ਕਰਦੇ ਆ ਤੇ ਬਹੁਤ ਹੀ ਹਿਰਦੇ ਬਲੂੰਦਰੇ ਜਾਂਦੇ ਆ ਇਹਨਾਂ ਦਿਨਾਂ ਦੇ ਵਿੱਚ ਆ ਕੇ। ਜੂਨ 84 ਤੇ ਨਵੰਬਰ 31 ਅਕਤੂਬਰ ਤੋਂ ਲੈ ਕੇ 3 ਨਵੰਬਰ ਤੱਕ ਜੋ ਸਾਡੇ ਤੇ ਬੀਤਦੀ ਆ, 36 ਵਰੇ ਹੋ ਗਏ, ਹਾਲੇ ਤੱਕ ਵੀ ਕੁਝ ਅਜਿਹੀਆਂ ਮਾਵਾਂ ਜਿਹੜੀਆਂ ਇਸ ਸੰਘਰਸ਼ ਦੇ ਵਿੱਚ ਆਪਣਾ ਹਾਲੇ ਵੀ ਲੜਾਈ ਲੜ ਰਹੀਆਂ ਨੇ ਤੇ ਹਾਲੇ ਵੀ ਕਿਸੇ ਪਾਸਿਓਂ ਜਵਾਬ ਨਹੀਂ ਆ ਰਹੇ। ਪਰ ਕਹਿੰਦੇ ਸਿੱਖ ਕੌਮ ਅਜਿਹੀ ਕੌਮ ਆ ਕਿ ਉਹ ਆਪਣੇ ਖੂਨ ਦਾ ਇੱਕ ਕਤਰਾ ਦੇ ਕੇ ਵੀ ਦੂਜੇ ਦੀ ਜਾਨ ਬਚਾਉਣ ਦੀ ਕੋਸ਼ਿਸ਼ ਕਰਦੇ ਆ। ਸਾਡੇ ਤੇ ਗੁਰਾਂ ਨੇ ਕਿਹਾ ਕਿ ਪਹਿਲਾਂ ਵਾਰ ਕਰਨਾ ਨਹੀਂ, ਜੇ ਕੋਈ ਸਿਰ ਤੇ ਚੜ ਕੇ ਆ ਜਾਏ ਤੇ ਫਿਰ ਜਰਨਾ ਨਹੀਂ। ਪਰ ਕੌਮ ਜਿਹੜੀ ਸਾਡੀ ਆ, ਸਾਨੂੰ ਬੜਾ ਮਾਣ ਆ। ਔਰ ਪੂਰੀ ਜ਼ਰੂਰੀ ਨਹੀਂ ਕਿ ਸਿਰਫ ਸਿੱਖ ਕੌਮ ਆਪਣੀ ਕੌਮ ਦਾ ਹੀ ਸੋਚਦੀ ਆ, ਪੂਰੀ ਖਲਕਤ ਨੂੰ ਧਿਆਨ ਦੇ ਵਿੱਚ ਰੱਖ ਕੇ। ਸੋ ਇੱਕ ਮੁਹਿੰਮ ਵਿੰਡੀ ਸੀ ਅੱਜ ਤੋਂ 22 ਸਾਲ ਪਹਿਲਾਂ। ਸੋ 84 ਦੇ ਵਿੱਚ ਸਾਡੇ ਨਾਲ ਕੀ ਹੋਇਆ ਉਹ ਅਸੀਂ ਕਦੇ ਨਹੀਂ ਭੁੱਲਾਂਗੇ, ਪਰ ਅਸੀਂ ਉਹਨੂੰ ਯਾਦ ਕਿਵੇਂ ਕਰਨਾ ਇਹ ਸਾਡੇ ਤੇ ਡਿਪੈਂਡ ਕਰਦਾ। ਸੋ ਯਾਦ ਕਰਨ ਦੇ ਲਈ ਇੱਕ ਖੂਨਦਾਨ ਜਿਹੜਾ ਕੈਂਪ ਲਾਉਣ ਦੀ ਇੱਕ ਮੁਹਿੰਮ ਅੱਜ ਤੋਂ 22 ਸਾਲ ਪਹਿਲਾਂ ਸ਼ੁਰੂ ਕੀਤੀ ਸੀ, ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ। ਸੋ 22 ਵਰੇ ਹੋ ਗਏ ਇਸ ਸੰਸਥਾ ਨੂੰ ਕੰਮ ਕਰਦੇ ਆ। ਆਏ ਵਰੇ ਲੱਖਾਂ ਲੋਕ ਜਿਹੜੇ ਖੂਨਦਾਨ ਕਰਦੇ ਨੇ ਤੇ ਪਤਾ ਨਹੀਂ ਕਿੰਨੇ ਕਰੋੜਾਂ ਦੀ ਜਾਨ ਬਚਦੀ ਆ। ਸੋ ਸਿੱਖਾਂ ਨੇ ਕਦੇ ਇਹ ਨਹੀਂ ਚਾਹਿਆ ਕਿ ਉਹ ਕਿਸੇ ਦਾ ਨੁਕਸਾਨ ਕਰਨ। ਉਹ ਤੇ ਆਪਣੇ ਖੂਨ ਦਾ ਕਤਰਾ ਦੇ ਕੇ ਵੀ ਦੂਜਿਆਂ ਲਈ ਸੋਚਦੇ ਆ, ਪਰ ਪਤਾ ਨਹੀਂ ਕਿਉਂ ਇਹ ਜ਼ਾਲਮ ਸਰਕਾਰਾਂ ਹਮੇਸ਼ਾ ਸਾਡੇ ਪਿੱਛੇ ਹੀ ਪਈਆਂ ਰਹਿੰਦੀਆਂ ਨੇ। ਪਰ ਅੱਜ ਅਸੀਂ ਉਸ 84 ਦੇ ਕਤਲੇਆਮ ਨੂੰ ਫਿਰ ਤੋਂ ਯਾਦ ਕਰਦੇ ਆ। ਭੁੱਲੇ ਤੇ ਅਸੀਂ ਕਦੇ ਵੀ ਨਹੀਂ, ਪਰ ਇਹਨਾਂ ਦਿਨਾਂ ਦੇ ਵਿੱਚ ਆਪਣੇ ਤੌਰ ਦੇ ਉੱਤੇ ਸ਼ਰਧਾਂਜਲੀ ਜਿਹੜੀ ਦੇਣੀ ਉਹਨਾਂ ਸ਼ਹੀਦਾਂ ਨੂੰ ਤੇ ਆਪਣੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਯਾਦ ਕਰਾਉਣਾ ਕਿ ਕੀ ਹੋਇਆ ਸੀ ਸਾਡੇ ਨਾਲ। ਸੋ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਬਹੁਤ ਵਧੀਆ ਸੰਸਥਾ ਕੰਮ ਕਰ ਰਹੀ ਆ। ਬਹੁਤ ਵੋਲੰਟੀਅਰ ਇਹਨਾਂ ਦੇ ਨਾਲ ਲੱਗੇ ਹੋਏ ਨੇ। 22 ਵਰਿਆਂ ਤੋਂ ਇਹ ਸੰਸਥਾ ਕੰਮ ਕਰ ਰਹੀ ਆ। ਇੱਕ ਨਹੀਂ ਦੋ ਨਹੀਂ, ਅਨੇਕਾਂ ਇਹਨਾਂ ਦੇ ਵੋਲੰਟੀਅਰ ਨੇ ਤੇ ਇੱਕ ਦੋ ਸ਼ਹਿਰ ਨਹੀਂ, ਪਤਾ ਨਹੀਂ ਬਹੁਤ ਸਾਰੇ ਸ਼ਹਿਰਾਂ ਦੇ ਵਿੱਚ ਇਹ ਜਿਹੜੀ ਕੈਂਪੇਨ ਹੈ ਇਸੇ ਤਰ੍ਹਾਂ ਹੀ ਚੱਲਦੀ ਆ, ਖਾਸ ਕਰਕੇ ਨਵੰਬਰ ਮਹੀਨੇ 'ਚ। ਤੇ ਅੱਜ ਸਾਡੇ ਨਾਲ ਤੁਸੀਂ ਜਾਣਦੇ ਹੋ ਕਿ ਬੁੱਧਵਾਰ ਸਾਡੇ ਨਾਲ ਬਲਵੀਰ ਕੌਰ ਢਿੱਲੋਂ ਬੜੇ ਅੱਛੇ ਰਾਈਟਰ ਆ, ਉਹ ਆਉਂਦੇ ਨੇ। ਤੇ ਅੱਜ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਦੀ ਪੂਰੀ ਟੀਮ ਵੱਲੋਂ ਉਹਨਾਂ ਦੇ ਇੱਕ ਵੋਲੰਟੀਅਰ ਭੈਣ ਜੀ ਤੇਜਿੰਦਰ ਕੌਰ ਵੀ ਸਾਡੇ ਨਾਲ ਸਟੂਡੀਓ 'ਚ ਆਏ ਨੇ। ਸੋ ਮੈਂ ਇਹਨਾਂ ਦੋਨਾਂ ਭੈਣਾਂ ਨੂੰ ਜੀ ਆਇਆਂ ਕਹਿੰਦੀ ਆ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਇਸ ਬਲੱਡ ਕੈਂਪ ਦੇ ਬਾਰੇ। ਸੋ ਬਲਵੀਰ ਜੀ ਜੀ ਆਇਆਂ ਨੂੰ ਜੀ, ਤੁਹਾਨੂੰ ਸਤਿ ਸ਼੍ਰੀ ਅਕਾਲ। ਤੇ ਤੇਜਿੰਦਰ ਭੈਣ ਜੀ ਸਤਿ ਸ਼੍ਰੀ ਅਕਾਲ ਜੀ, ਤੁਹਾਨੂੰ ਵੀ ਜੀ ਆਇਆਂ ਨੂੰ। ਸਤਿ ਸ਼੍ਰੀ ਅਕਾਲ ਭੈਣ ਜੀ। ਹਾਂਜੀ ਜੀ ਥੈਂਕ ਯੂ ਭੈਣ ਜੀ, ਤੁਸੀਂ ਆਪਣਾ ਸਮਾਂ ਕੱਢਿਆ। ਤੇ ਬਲਵੀਰ ਜੀ ਬੜਾ ਵਧੀਆ ਲੱਗਾ, ਤੁਹਾਡਾ ਤਾਂ ਸਾਡੇ ਨਾਲ ਹੁੰਦਾ ਹੀ ਆ ਸਾਥ ਹਰ ਬੁੱਧਵਾਰ। ਹਾਂਜੀ ਤੇ ਕਿਵੇਂ ਰਿਹਾ ਜੀ ਤੁਹਾਡਾ ਸਾਰਾ ਵੀਕ? ਬਹੁਤ ਵਧੀਆ ਸੀ ਜੀ, ਬਿਜ਼ੀ। ਹਾਂਜੀ ਜੀ ਤੇ ਅੱਜ ਅਸੀਂ ਗੱਲਬਾਤ ਕਰਾਂਗੇ ਬਲੱਡ ਡੋਨੇਸ਼ਨ ਦੀ। ਸੋ ਭੈਣ ਜੀ ਤੁਹਾਡੇ ਤੋਂ ਜਾਣਨਾ ਚਾਹਾਂਗੇ ਕਿ ਕਿੰਨੇ ਕੁ ਸਮੇਂ ਤੋਂ ਤੁਸੀਂ 22 ਵਰੇ ਹੋ ਗਏ ਆ ਇਸ ਮੁਹਿੰਮ ਨੂੰ ਚੱਲਦੇ ਆ, ਪਰ ਤੁਸੀਂ ਕਿੰਨੇ ਕੁ ਸਮੇਂ ਤੋਂ ਭੈਣ ਜੀ ਇਸ ਮੁਹਿੰਮ ਦੇ ਨਾਲ ਜੁੜੇ ਹੋਏ ਹੋ? ਹਾਂਜੀ ਭੈਣ ਜੀ, ਜਿਵੇਂ ਤੁਸੀਂ ਦੱਸਿਆ ਵੀ 22 ਵਰੇ ਹੋ ਗਏ ਆ ਤੇ ਮੈਂ ਵੀ ਪਰਸਨਲੀ ਐਕਚੁਅਲੀ 22 ਵਰਿਆਂ ਤੋਂ ਹੀ ਨਾਲ ਹੀ ਆਪਣੇ ਕੈਂਪੇਨ ਦੇ ਨਾਲ ਜੁੜੀ ਹੋਈ ਆ ਜੀ। ਜਿਵੇਂ ਬਾਕੀ ਸਾਰੇ ਵਲੰਟੀਅਰ ਕੰਮ ਕਰਦੇ ਉਵੇਂ ਮੈਂ ਵੀ ਇਹਦੇ ਵਿੱਚ ਭਾਗ ਲੈਂਦੀ ਆ ਜੀ। ਤੇ ਉਦੋਂ ਤੋਂ ਹੀ ਤੁਸੀਂ ਇਹਦੇ ਨਾਲ ਜੁੜੇ ਹੋਏ ਜਦੋਂ ਤੋਂ ਮੁਹਿੰਮ ਚੱਲ ਰਹੀ ਹੈ ਜਾਂ ਕਿ ਤੁਹਾਨੂੰ ਕੁਝ ਸਮਾਂ ਹੀ ਹੋਇਆ? ਹਾਂਜੀ, ਮੈਂ ਉਦੋਂ ਤੋਂ ਹੀ ਨਾਲ ਜੁੜੀ ਹੋਈ ਆ ਕੈਂਪੇਨ ਦੇ ਨਾਲ। ਜੀ। ਤੇ ਭੈਣ ਜੀ ਜਦੋਂ ਅਸੀਂ ਦੇਖਦੇ ਹਾਂ ਕਿ ਇੱਕ ਮੁਹਿੰਮ ਵਿੰਡਣੀ ਆ ਤੇ 22 ਵਰੇ ਹੋ ਗਏ ਇਸ ਕੈਂਪੇਨ ਨੂੰ ਚੱਲਦੇ ਹੋਏ, ਤੁਸੀਂ ਡੇ 1 ਤੋਂ ਨਾਲ ਹੋ ਤੇ ਕਿੰਨੇ ਕੁ ਵੋਲੰਟੀਅਰਸ ਤੁਹਾਡੇ ਨਾਲ ਜੁੜੇ ਹੋਏ ਨੇ? ਆਉਂਦੇ ਜਾਂਦੇ ਰਹਿੰਦੇ ਕਿ ਜਾਂ ਜਿਹੜੇ ਤੁਹਾਡੇ ਨਾਲ ਉਨਿਆਂ ਸਾਲਾਂ ਦੇ ਜੁੜੇ ਹੋਏ ਨੇ ਹਾਲੇ ਵੀ ਨਾਲ ਹੀ ਨੇ? ਭੈਣ ਜੀ ਐਕਚੁਅਲੀ ਵਲੰਟੀਅਰ ਦੀ ਤਾਂ ਨਾ ਗਿਣਤੀ ਨਹੀਂ ਹੈਗੀ, ਹਜ਼ਾਰਾਂ 'ਚ ਹੀ ਵਲੰਟੀਅਰ ਹੈਗੇ ਆ ਜਿਹੜੇ ਸਿੱਖ ਕੌਮ ਦੇ ਨਾਲ, ਸਿੱਖ ਕੌਮ ਦੇ ਵਿੱਚੋਂ ਹੀ ਜੁੜੇ ਹੋਏ ਆ ਜੀ। ਪਰ ਹੁਣ ਤਾਂ ਹੀ ਆਪਾਂ ਜੇ ਦੇਖੀਏ 4 ਵਲੰਟੀਅਰ ਤਾਂ ਇਹੋ ਜਿਹੇ ਹੈਗੇ ਜਿਹੜੇ ਹੁਣ ਇਸ ਦੁਨੀਆ 'ਚ ਵੀ ਨਹੀਂ ਹੈਗੇ। ਪਰ ਵਲੰਟੀਅਰ ਆਉਂਦੇ ਜਾਂਦੇ ਰਹਿੰਦੇ ਆ। ਪਰ ਇਹ ਜਿਹੜੀ ਕੈਂਪੇਨ ਆ ਇਸੇ ਤਰ੍ਹਾਂ ਹੀ ਚੱਲਦੀ ਜਾ ਰਹੀ ਹੈ ਆਪਦਾ ਕਾਫਲਾ ਲੈ ਕੇ 1999 ਤੋਂ ਲੈ ਕੇ ਹੁਣ ਤੱਕ। ਜੀ। ਤੇ ਬਲਵੀਰ ਜੀ ਆਪਣੇ ਜਦੋਂ ਅਸੀਂ ਗੱਲ ਕਰਦੇ ਆ ਬਲੱਡ ਡੋਨੇਸ਼ਨ ਦੀ, ਬਲੱਡ ਕੈਂਪ ਦੀ ਅਸੀਂ ਗੱਲ ਕਰਦੇ ਆ, ਔਰ ਤੁਸੀਂ ਵੀ ਇਸ ਸ਼ਹਿਰ ਦੇ ਵਿੱਚ ਸਾਡੇ ਨਾਲ ਕਾਫੀ ਲੰਬੇ ਸਮੇਂ ਤੋਂ ਹੋ। ਐਤਕੀ ਕੋਵਿਡ ਨੇ ਬਹੁਤ ਕੁਝ ਪ੍ਰਭਾਵਿਤ ਕੀਤਾ। ਹਾਂਜੀ, ਕਿਵੇਂ ਲੱਗਦਾ ਤੁਹਾਨੂੰ ਕਿ ਕੋਸ਼ਿਸ਼ ਤੇ ਪੂਰੀ ਆ ਵੋਲੰਟੀਅਰਸ ਵੱਲੋਂ ਲੋਕਾਂ ਨੂੰ ਗਾਈਡ ਕਰਨ ਦੀ, ਪਰ ਬਹੁਤ ਸਾਰੇ ਅਜਿਹੇ ਲੋਕ ਆ ਜਿਹੜੇ ਸ਼ਾਇਦ ਕੰਪਿਊਟਰ ਬਹੁਤਾ ਨਹੀਂ ਯੂਜ਼ ਕਰਦੇ, ਉਹਨਾਂ ਨੂੰ ਨਹੀਂ ਪਤਾ ਲੱਗਦਾ। ਹਾਂਜੀ। ਸੋ ਮੈਨੂੰ ਵੀ ਲਾਸਟ ਈਅਰ ਮੇਰੇ ਵੀ ਬੜੀ ਉਤਸੁਕਤਾ ਸੀ ਜਾਣਨ ਦੀ ਕਿ ਕਿਵੇਂ ਤੇ ਕਿੱਥੇ ਜਾ ਕੇ ਤੁਸੀਂ ਬਲੱਡ ਡੋਨੇਟ ਕਰ ਸਕਦੇ ਆ। ਸੋ ਪਿਛਲੇ ਸਾਲ ਮੈਂ ਇੱਦਾਂ ਹੀ ਦੋਸਤਾਂ ਨੂੰ ਫੇਸਬੁੱਕ ਤੇ ਪੋਸਟ ਪਾਈ ਕਿ ਮੈਂ ਵੀ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੁੰਦੀ ਵੀ ਮੈਂ ਬਲੱਡ ਡੋਨੇਟ ਕਰਨਾ ਚਾਹੁੰਦੀ ਆ, ਵੀ ਮੈਨੂੰ ਕਿੱਥੇ ਜਾਣਾ ਚਾਹੀਦਾ।
ਤੇ ਬਹੁਤ ਸਾਰਿਆਂ ਲੋਕਾਂ ਨੇ ਦੱਸਿਆ ਕਿ ਜਿਵੇਂ ਤੁਸੀਂ ਉਦੋਂ ਚੱਲ ਰਿਹਾ ਸੀ, ਆਹੀ ਦਿਨ ਸੀਗੇ ਨਵੰਬਰ ਅਕਤੂਬਰ ਐਂਡ ਤੇ ਨਵੰਬਰ ਦੇ, ਤੇ ਉਹਨਾਂ ਨੇ ਦੱਸਿਆ ਕਿ ਇਦਾਂ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਉਹ ਕਰ ਰਹੇ ਆ, ਤੇ ਮੈਨੂੰ ਵੀ ਉਹਦਾ ਮੌਕਾ ਮਿਲਿਆ ਹਨਾ, ਤੇ ਮੈਂ ਗਈ ਤੇ ਮੈਨੂੰ ਬਹੁਤ ਖੁਸ਼ੀ ਹੋਈ। ਜਿਵੇਂ ਹੀ ਤੁਸੀਂ ਸੜਕ ਤੋਂ ਸਕੂਲ ਸੀਗਾ ਉਹ, ਤੇ ਉਹ ਪਾਰਕਿੰਗ ਲੋਟ ਤੋਂ ਐਂਟਰ ਕਰਦੇ ਇੰਨੇ ਵਲੰਟੀਅਰ ਉੱਥੇ ਕਿ ਤੁਸੀਂ ਦੇਖ ਕੇ ਹੈਰਾਨ ਹੋਵੋਗੇ ਕਿ ਕਿੱਦਾਂ ਲੋਕੀ ਦਿਲੋਂ ਜਾਨ ਤੋਂ ਉੱਥੇ ਆਪਣੀ ਸੇਵਾ ਕਰ ਰਹੇ ਆ। ਸਾਰੇ ਫਿਰ ਗੱਡੀਆਂ ਪਾਰਕ ਕਰਵਾ ਰਹੇ ਆ, ਫਿਰ ਅੰਦਰ ਲੈ ਕੇ ਜਾਂਦੇ ਆ। ਲਾਈਕ ਉੱਥੇ ਇੰਨੀ ਰੌਣਕ, ਮੇਲੇ ਲੱਗੇ ਆ, ਫੂਡ ਦੇ ਸਟਾਲ ਲੱਗੇ ਆ। ਮੈਂ ਇਹਨਾਂ ਦੀ ਇੰਨੀ ਵਧੀਆ ਸੇਵਾ ਭਾਵਨਾ ਨੂੰ ਦੇਖ ਕੇ ਮੇਰਾ ਬੜਾ ਹੀ ਦਿਲ ਖੁਸ਼ ਹੋਇਆ, ਤੇ ਮੈਂ ਬਲੱਡ ਡੋਨੇਟ ਕੀਤਾ। ਤੇ ਮੈਨੂੰ ਜਦੋਂ ਉਹਨਾਂ ਨੇ ਦੱਸਿਆ ਕਿ ਤੁਹਾਡਾ ਡੋਨੇਟ ਕੀਤਾ ਹੋਇਆ ਬਲੱਡ ਜਿਹੜਾ 3 ਤੋਂ 5 ਬੰਦਿਆਂ ਦੀ ਜਾਨ ਬਚਾ ਸਕਦਾ, ਤੇ ਮੈਨੂੰ ਬਹੁਤ ਖੁਸ਼ੀ ਹੋਈ ਇਸ ਚੀਜ਼ ਦੀ ਕਿ ਇਹ ਬਹੁਤ ਵਧੀਆ ਕਰ ਰਹੇ ਆ। ਸੋ ਮੈਂ ਬਲੱਡ ਡੋਨੇਟ ਕੀਤਾ ਪਿਛਲੇ ਸਾਲ। ਸੋ ਬਹੁਤ ਵਧੀਆ ਐਕਸਪੀਰੀਅੰਸ ਸੀਗਾ, ਤੇ ਮੈਨੂੰ ਇਹ ਮਾਣ ਹੁੰਦਾ ਕਿ ਅਸੀਂ ਵੀ ਇਹ ਸਿੱਖ ਕਮਿਊਨਿਟੀ ਦਾ ਅਸੀਂ ਵੀ ਹਿੱਸਾ ਆ, ਤੇ ਮੈਂ ਕਹਿੰਦੀ ਕਿ ਸਾਰਿਆਂ ਨੂੰ ਇਹਦੇ ਵਿੱਚ ਯੋਗਦਾਨ ਪਾਉਣਾ ਚਾਹੀਦਾ ਹੈ ਨਾ। ਭੈਣ ਜੀ ਥੋੜਾ ਜਿਹਾ ਸਾਨੂੰ ਇਸ ਮੁਹਿੰਮ ਦੀ ਬੈਕਗ੍ਰਾਉਂਡ ਬਾਰੇ ਦੱਸੋ ਥੋੜਾ ਜਿਹਾ, ਕਿਉਂਕਿ ਹੁਣ ਬਹੁਤ ਸਾਰੇ ਅਵਾਰਡਸ, ਬਹੁਤ ਕੁਝ ਦੁਨੀਆ ਦੇ ਵਿੱਚ ਇੱਕ ਪਹਿਚਾਣ ਬਣ ਚੁੱਕੀ ਹੈ ਇਸ ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ ਦੀ। ਸੋ ਥੋੜਾ ਜਿਹਾ ਇਹਦੇ ਬਾਰੇ ਦੱਸੋ ਸਾਨੂੰ। ਹਾਂਜੀ ਭੈਣ ਜੀ, 1999 ਚ ਜਦੋਂ ਆਪਣਾ ਖਾਲਸਾ ਕੌਮ ਖਾਲਸਾ ਦਿਵਸ ਮਨਾ ਰਹੀ ਸੀ 300 ਸਾਲਾ, ਤੇ ਉਦੋਂ ਸਾਰੇ ਜਸ਼ਨਾਂ ਦੇ ਵਿੱਚ ਬਿਜ਼ੀ ਸੀਗੇ, ਪਰ ਕੁਝ ਜਿਹੜੇ ਵੀਰ ਭੈਣ ਉਹ ਲੋਅਰ ਮੇਨਲੈਂਡ ਦੇ ਵਿੱਚੋਂ ਉਹਨਾਂ ਨੇ ਸੋਚਦੇ ਸੀ ਵੀ ਜੇ ਹੁਣ ਆਪਾਂ 300 ਸਾਲਾ ਮਨਾ ਲਿਆ ਹੈ ਨਾ, 100 ਸਾਲਾਂ ਨੂੰ ਫਿਰ 400 ਸਾਲਾ ਆਊਗਾ ਜੀ ਬਿਲਕੁਲ, ਤੇ ਉਦੋਂ ਹੁਣ ਆਪਾਂ ਮਨਾ ਲਿਆ ਫਿਰ ਬੱਚੇ ਮਨਾ ਲੈਣਗੇ। ਵੀ ਇਹ ਕੋਈ ਇਹੋ ਜੀ ਚੀਜ਼ ਹੋਣੀ ਚਾਹੀਦੀ ਹੈ ਜਿਹੜੀ ਲਗਾਤਾਰ ਕੁਛ ਨਾ ਕੁਛ ਆਪਾਂ ਨੂੰ ਯਾਦ ਦਿਵਾਉਂਦੀ ਰਹੇ। ਉਹਦੇ ਵਿੱਚੋਂ ਫਿਰ ਉਸ ਡਿਸਕਸ਼ਨ ਦੇ ਵਿੱਚੋਂ ਨਿਕਲਿਆ ਵੀ ਆਪਾਂ 1984 ਚ ਆਪਣਾ ਖੂਨ ਵਹਿਆ, ਉਹਨੂੰ ਯਾਦ ਕੀਤਾ ਜਾਵੇ। ਉਹ ਇਸ ਤਰੀਕੇ ਨਾਲ ਯਾਦ ਕੀਤਾ ਜਾਵੇ ਵੀ ਉਹ ਆਪਣੇ ਸੂਰਜ ਵਾਂਗੂ ਚਮਕਣ ਲੱਗ ਜੇ, ਆਪਣੀ ਸਿੱਖ ਕੌਮ, ਇਸ ਤਰ੍ਹਾਂ ਕੁਝ ਕੀਤਾ ਜਾਵੇ। ਉਹਦੇ ਵਿੱਚ ਫਿਰ ਨਿਕਲਿਆ ਵੀ ਬਲੱਡ ਡੋਨੇਟ ਕਰੀਏ ਆਪਾਂ ਸਿੱਖ ਕੌਮ ਵੱਲੋਂ। ਬਿਲਕੁਲ ਜੀ, ਤੇ ਵੈਸੇ ਵੀ ਕਹਿੰਦੇ ਆ ਵੀ ਜਦ ਡੁੱਲਦਾ ਖੂਨ ਸ਼ਹੀਦਾਂ ਦਾ, ਤਕਦੀਰ ਬਦਲਦੀ ਕੌਮਾਂ ਦੀ, ਰੰਬੀਆਂ ਨਾਲ ਖੋਪੜ ਲੈਂਦੇ ਜਦ, ਤਸਵੀਰ ਬਦਲਦੀ ਕੌਮਾਂ ਦੀ। ਸੋ ਬੇਸ਼ੱਕ ਸਾਡੇ ਨਾਲ ਜੋ ਵੀ ਹੋਇਆ ਬਹੁਤ ਮਾੜਾ ਹੋਇਆ, ਕਦੇ ਨਾ ਭੁੱਲਣ ਯੋਗ, ਪਰ ਇੱਕ ਬੜੀ ਵਧੀਆ ਮੁਹਿੰਮ ਜਿਹੜੀ ਵਿੰਢੀ ਗਈ ਉਸ ਵਕਤ। ਤੇ ਹੁਣ ਜਦੋਂ ਅਸੀਂ ਗੱਲ ਕਰਦੇ ਆ, ਇਹ ਜਿਹੜਾ ਬਲੱਡ ਡੋਨੇਸ਼ਨ ਦੀ ਆਪਾਂ ਕਰਦੇ ਹੈਗੇ ਨਵੰਬਰ ਦੇ ਵਿੱਚ, ਇਹ ਸਿਰਫ ਕੈਨੇਡਾ 'ਚ ਹੈ ਕਿ ਇਹ ਪੂਰੇ ਵਰਲਡ ਵਾਈਡ ਹੀ ਇਹਦੀਆਂ ਬ੍ਰਾਂਚਸ ਤੁਸੀਂ ਅਵੇਅਰਨੈਸ ਦਿੱਤੀ ਹੈਗੀ ਹੈ? ਇਹ ਭੈਣ ਜੀ ਐਕਚੁਅਲੀ ਆਪਾਂ ਦੇਖੀਏ ਜੇ ਆਰਗੇਨਾਈਜ਼ਡ ਵੇ ਨਾਲ ਦੇਖੀਏ ਤਾਂ ਆਪਾਂ ਕੈਨੇਡਾ ਦੇ ਵਿੱਚ ਹੀ ਹੁੰਦੀ ਆ ਇਹ, ਪਰ ਆਪਦੇ ਪਰਸਨਲ ਉਹ ਮੀਨਸ ਵੀ ਉਹ ਨਿਊਜ਼ੀਲੈਂਡ, ਆਸਟ੍ਰੇਲੀਆ ਜਾਂ ਅਮਰੀਕਾ ਦੇ ਵਿੱਚ ਆਪਦੇ ਤੌਰ ਤੇ ਉਹ ਖੁੱਲੇ ਤੌਰ ਤੇ ਕਰ ਰਹੇ ਆ, ਪਰ ਆਰਗੇਨਾਈਜ਼ਡ ਵੇ ਨਾਲ ਕੈਨੇਡਾ ਦੇ ਵਿੱਚ ਹੁੰਦੀ ਆ। ਪਰ ਕੈਨੇਡਾ ਦੇ ਜਿੰਨੇ ਵੀ ਆਪਣੇ ਵੱਡੇ ਸ਼ਹਿਰ ਹੈਗੇ ਆ, ਟੋਰਾਂਟੋ, ਐਡਮਿੰਟਨ, ਕੈਲਗਰੀ, ਆਪਣੇ BC ਦੇ ਵਿੱਚ ਤਾਂ ਕਾਫੀ ਹੈਗੇ ਆ, ਸਰੀ, ਵਿਕਟੋਰੀਆ, ਕੈਮਲੂਪਸ, ਕਲੋਨਾ, ਐਬਸਫੋਰਡ, ਸਾਰੇ ਸ਼ਹਿਰਾਂ ਦੇ ਵਿੱਚ ਹੁੰਦੀ ਆ ਜੀ। ਤੇ ਮੈਨੂੰ ਯਾਦ ਆ ਕਿ ਯੂਬਾ ਸਿਟੀ ਨਗਰ ਕੀਰਤਨ ਦੇ ਦੌਰਾਨ ਵੀ ਉੱਥੇ ਵੀ ਕੈਂਪ ਲੱਗਦਾ, ਪਰ ਇਸ ਵਾਰੀ ਤੇ ਕੋਵਿਡ ਕਰਕੇ ਬਹੁਤ ਸਾਰੇ ਜਿਹੜੇ ਕਹਿ ਲੋ ਕਿ ਪੋਸਟਪੋਨ ਹੋ ਗਏ ਇਵੈਂਟ। ਸੋ ਇਸ ਕਰਕੇ ਮੇਬੀ ਸ਼ਾਇਦ ਉੱਥੇ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਸ਼ਾਇਦ ਆਉਣ ਵਾਲੇ ਸਮੇਂ 'ਚ ਲਾਉਣਗੇ। ਪਰ ਤੁਸੀਂ ਇੱਥੇ ਕੈਨੇਡਾ ਦਾ ਦੱਸੋ ਕਿ ਜਦੋਂ 22 ਸਾਲ ਪਹਿਲਾਂ ਦਾ ਤੇ ਹੁਣ ਦਾ ਕਿੰਨੇ ਕੁ ਲੋਕ ਐਜੂਕੇਟ ਹੋਏ ਟਾਈਮ ਟੂ ਟਾਈਮ, ਤੇ ਹੁਣ ਇਹ ਮੁਹਿੰਮ ਕਿੱਧਰ ਨੂੰ ਜਾ ਰਹੀ ਹੈਗੀ ਆ, ਤੇ ਕੀ ਇਸ ਮੁਹਿੰਮ ਦੀ ਰਾਈਟ ਨਾਓ ਸਥਿਤੀ ਕਿੱਦਾਂ ਦੀ ਹੈਗੀ ਆ? ਥੋੜਾ ਜਿਹਾ ਹੁਣ ਦੇ ਸਮੇਂ ਬਾਰੇ ਦੱਸੋ। ਭੈਣ ਜੀ, ਜਦੋਂ ਪਹਿਲੇ ਸਾਲ ਇਹ ਸ਼ੁਰੂ ਕੀਤੀ ਸੀ ਨਾ ਆਪਾਂ ਕੰਪੇਨ, ਤਾਂ ਉਦੋਂ 252 ਡੋਨਰ ਆਏ ਸੀ, ਤੇ ਉਹਦੇ ਚੋਂ 132 ਨੇ ਲਾਈਕ ਏਬਲ ਟੂ ਹੋਏ ਸੀ ਉਹ ਆਪਣੇ ਬਲੱਡ ਦੇਣ ਦੇ। ਹੁਣ ਤੁਸੀਂ ਉਦੋਂ ਤੋਂ ਲੈ ਕੇ ਹੁਣ 22 ਸਾਲ ਹੋ ਗਏ, ਤੇ ਆਪਾਂ ਸਿੱਖ ਕੌਮ ਨੇ ਰਲ ਕੇ 1.5 ਲੱਖ ਜਾਨਾਂ ਬਚਾਤੀਆਂ। ਕੀ ਬਾਤ ਹੈ, 1.5 ਲੱਖ। ਇੱਕ ਜਾਨ ਬਹੁਤ ਇੰਪੋਰਟੈਂਟ ਹੁੰਦੀ ਹੈ ਨਾ, ਤੇ ਹੁਣ ਦੇਖ ਲਓ ਵੀ ਆਪਾਂ ਰਲ ਕੇ ਸਾਰਿਆਂ ਨੇ। ਸੋ 22 ਸਾਲਾਂ ਵਿੱਚ 1.5 ਲੱਖ ਲੋਕੀ ਇਸ ਬਲੱਡ ਡੋਨੇਸ਼ਨ ਦੇ ਵਿੱਚੋਂ ਜਿਨ੍ਹਾਂ ਦੀਆਂ ਜਾਨਾਂ ਬਚੀਆਂ। ਹਾਂਜੀ ਹਾਂਜੀ। ਤੇ ਭੈਣ ਜੀ, ਜਦੋਂ ਅਸੀਂ ਗੱਲ ਕਰਦੇ ਆ ਅਵੇਅਰਨੈਸ ਦੀ, ਸੋ ਲੋਕਾਂ ਨੂੰ ਕਿੰਨੀ ਕੁ ਅਵੇਅਰਨੈਸ ਤੁਹਾਡੇ ਵੋਲੰਟੀਅਰ ਥਰੂ ਦਾ ਫੋਨ ਦਿੰਦੇ ਆ, ਜਾਂ ਕਿ ਤੁਸੀਂ ਕੋਈ ਸੈਮੀਨਾਰ ਕਰਦੇ ਆ? ਪਹਿਲਾਂ ਦੀ ਗੱਲ ਕਰੀਏ, ਇਸ ਬਾਰੇ ਦੀ ਨਹੀਂ, ਪਹਿਲਾਂ ਦੀ ਜੇ ਗੱਲ ਕਰੀਏ। ਹਾਂਜੀ, ਐਕਚੁਅਲੀ ਅਵੇਅਰਨੈਸ ਭੈਣ ਜੀ ਆਪਾਂ ਜੇ ਦੇਖੀਏ ਨਾ, ਇਹ ਸਾਰਾ ਸਾਲ ਹੀ ਇਹ ਮੁਹਿੰਮ ਚੱਲਦੀ ਰਹਿੰਦੀ ਆ। ਵਲੰਟੀਅਰ ਆਪਸ 'ਚ ਮੀਟਿੰਗਾਂ ਕਰਦੇ ਆ, ਹਰ ਮਹੀਨੇ ਮੀਟਿੰਗ ਹੁੰਦੀ ਆ ਉਹਨਾਂ ਦੀ। ਤੇ ਜਾਂ ਆਪਣੇ ਜਦੋਂ ਕੰਪੇਨ ਸ਼ੁਰੂ ਹੋਣੀ ਹੁੰਦੀ ਨਵੰਬਰ ਦੇ ਵਿੱਚ, ਉਦੋਂ 2 ਮਹੀਨੇ ਪਹਿਲਾਂ
ਪਬਲਿਕ ਦੇ ਨਾਲ ਜਾਂ ਥਰੂ ਮੀਡੀਆ ਤੁਹਾਡੇ ਵਰਗੇ ਵੀਰ ਭੈਣਾਂ ਦੇ ਨਾਲ ਜਾਂ ਆਪਣੇ ਆਪਸ ਚ ਇੱਕ ਦੂਜੇ ਨਾਲ ਗੱਲਾਂ ਕਰਕੇ 1 to 1 ਜਿਹੜੇ ਵਲੰਟੀਅਰ ਹੁੰਦੇ ਉਹ ਗੱਲਾਂ ਕਰਦੇ ਆ, ਉਹਦੀ ਅਵੇਅਰਨੈਸ ਦਿੰਦੇ ਆ ਵੀ ਆਪਣੇ ਨਾਲ ਵਾਪਰਿਆ ਕੀ 1984 ਦੇ ਵਿੱਚ। ਤੇ ਹੁਣ ਉਹ ਤਾਂ ਵਾਪਰ ਗਿਆ, ਪਰ ਹੁਣ ਉਹਨੂੰ ਆਪਾਂ ਯਾਦ ਕਿਵੇਂ ਰੱਖਿਆ? ਉਹ ਆਪਾਂ ਬਲੱਡ ਡੋਨੇਟ ਕਰੀਏ, ਜਿਹਦੇ ਨਾਲ ਤਾਂ ਕਿ ਆਪਣੀ ਕੌਮ ਦਾ ਨਾਂ ਉੱਚਾ ਹੋਵੇ, ਕੱਲ ਨੂੰ ਆਪਣੇ ਜਨਰੇਸ਼ਨਾਂ ਆਉਣਗੀਆਂ ਉਹਨਾਂ ਨੂੰ ਪਤਾ ਲੱਗੇ ਵੀ ਸਾਡੇ ਜਿਹੜੇ ਸਿੱਖ ਕੌਮ ਦੇ ਵਿੱਚ ਇਹ ਐਂ ਨਹੀਂ ਹੈਗਾ ਵੀ ਨੈਗੇਟਿਵਿਟੀ ਆਲ ਦਾ ਟਾਈਮ ਫੈਲਾਈ ਜਾਂਦੀ ਹੈ ਨਾ, ਉਹ ਪੋਜ਼ਿਟਿਵ ਵੇ ਦੇ ਨਾਲ ਉਹ ਦੇਖਣ ਆਪਣੀਆਂ ਜਨਰੇਸ਼ਨਸ ਜਾਂ ਇੱਥੋਂ ਦੇ ਲੋਕ ਦੇਖਣ ਵੀ ਸਿੱਖ ਕੁਛ ਵੀ ਗੁੱਡ ਵੀ ਕਰਦੇ ਆ। ਹਮੇਸ਼ਾ ਆਪਾਂ ਦੇਖਾਂਗੇ ਵੀ ਨੈਗੇਟਿਵਿਟੀ, ਨਿਊਜ਼ਪੇਪਰ ਪੜ੍ਹ ਲਓ, ਕੁਛ ਪੜ੍ਹ ਲਓ, ਨੈਗੇਟਿਵਿਟੀ ਹਮੇਸ਼ਾ ਅੱਗੇ ਦਿਖਾਈ ਜਾਂਦੀ ਹੈ। ਹਾਂਜੀ ਜੀ। ਤੇ ਬਲਵੀਰ ਜੀ ਤੁਸੀਂ ਸੋ ਜਿਵੇਂ ਤੁਸੀਂ ਹੁਣ ਵਲੰਟੀਅਰਸ ਦੀ ਗੱਲ ਕੀਤੀ ਆ, ਬਹੁਤ ਸਾਰੇ ਵਲੰਟੀਅਰ ਕੰਮ ਕਰਦੇ ਆ, ਤੇ ਜੇ ਸਾਡੇ ਹੋਰ ਭੈਣਾਂ ਭਾਈਆਂ ਨੇ ਵਲੰਟੀਅਰ ਕਰਨੀ ਆ ਜਾਂ ਸਾਡੇ ਬੱਚਿਆਂ ਨੇ ਵਲੰਟੀਅਰ ਕਰਨੀ ਚਾਹੀਦੀ ਹੈ ਤਾਂ ਉਹਨਾਂ ਨੂੰ ਕੀ ਕਰਨਾ ਚਾਹੀਦਾ, ਕਿਹਨੂੰ ਕੰਟੈਕਟ ਕਰ ਸਕਦੇ ਆ? ਜਿਵੇਂ ਉਹ ਭੈਣ ਜੀ ਵਲੰਟੀਅਰ ਕਰਨ ਵਾਸਤੇ ਆਪਣੇ ਕੋਲੇ ਨਾ ਇੱਕ ਮਤਲਬ ਆਪਣੀ ਕੈਂਪੇਨ ਦਾ ਇੱਕ ਫੋਨ ਨੰਬਰ ਹੈਗਾ। ਹਾਂਜੀ, ਉਹ ਆਪਣਾ 604 369 1984। ਹਾਂਜੀ, 369 ਬਹੁਤ ਹੈਗਾ ਸੌਖਾ। ਜਿਵੇਂ ਆਪਾਂ ਉਹ ਇੱਕ ਵੀਰ ਜੀ ਨੇ ਬੜਾ ਵਧੀਆ ਕੱਢਿਆ, ਉਹ ਕਹਿੰਦੇ ਵੀ ਇੱਕ ਵਾਰੀ ਚ 3 ਜਾਨਾਂ ਬਚਦੀਆਂ, ਹਾਂਜੀ, ਦੂਜੀ ਵਾਰੀ ਕਰੋ ਤਾਂ 3 + 3 6, ਹੋ ਜਾਂਦੀ, ਤੀਜੀ ਵਾਰੀ ਕਰੋ ਤਾਂ 9 ਬਚਦੀਆਂ। ਕੀ ਬਾਤ ਹੈ ਜੀ। 369 ਤੇ 1984 ਤਾਂ ਆਪਾਂ ਨੇ ਨਾਲ ਹਮੇਸ਼ਾ ਹੀ ਰਹਿਣੀ ਆ। ਸੋ 604 369 1984 ਤੇ ਕਾਲ ਕਰਕੇ ਵੋਲੰਟੀਅਰ ਜੁਆਇਨ ਕਰ ਸਕਦੇ ਹੈਗੇ। ਹਾਂਜੀ ਹਾਂਜੀ। ਤੇ ਭੈਣ ਜੀ ਜਦੋਂ ਅਸੀਂ ਗੱਲ ਕਰਦੇ ਆ ਹੁਣ ਕਿਹੜੀ ਸਿਟੀ ਦੇ ਵਿੱਚ ਇਹ ਡੋਨੇਸ਼ਨ ਹੋ ਚੁੱਕੀ ਹੈ, ਕਿਹੜੀ ਸਿਟੀ ਦੇ ਵਿੱਚ ਇਹ ਕੈਂਪੇਨ ਜਿਹੜੀ ਓਵਰ ਹੋ ਚੁੱਕੀ ਹੈ, ਤੇ ਹੁਣ ਗਾਂ ਕਿਹੜੇ ਸ਼ਹਿਰਾਂ ਦੇ ਵਿੱਚ ਚੱਲ ਰਹੀ ਹੈਗੀ ਆ? ਹੁਣ ਭੈਣ ਜੀ ਐਕਚੁਅਲੀ ਸਰੀ ਦੇ ਵਿੱਚ, ਟਾਂਟੋ ਦੇ ਵਿੱਚ, ਵਿਕਟੋਰੀਆ ਦੇ ਵਿੱਚ ਤੇ ਕੈਲਗਰੀ ਦੇ ਵਿੱਚ ਜਿਹੜੀ ਹੋ ਗਈ, ਹਜੇ ਹੋਰ ਵੀ ਹੋਣੀ ਆ ਉੱਥੇ। ਤੇ ਹੁਣ ਨੈਕਸਟ ਜਿਹੜਾ ਵੀਕਐਂਡ ਆਉਂਦਾ ਉੱਥੇ ਐਬਸਫੋਰਡ ਦੇ ਵਿੱਚ, ਕੈਮਲੂਪਸ ਦੇ ਵਿੱਚ ਹੋਣੀ ਆ। ਉਦੋਂ ਬਾਅਦ ਫਿਰ ਆਪਣੇ ਅਗਲੇ ਵੀਕਐਂਡ ਤੇ ਵੈਨਕੂਵਰ ਦੇ ਵਿੱਚ ਤੇ ਕਲੋਨੇ ਦੇ ਵਿੱਚ ਹੋਣੀ ਹੈ। ਹਾਂਜੀ। ਤੇ ਕੀ ਕਰਨਾ ਚਾਹੀਦਾ ਇੱਕ ਆਮ ਇਨਸਾਨ ਨੂੰ ਬਲੱਡ ਡੋਨੇਟ ਕਰਨ ਦੇ ਲਈ? ਕਿਹੜੀਆਂ ਉਹਨੂੰ ਗਾਈਡਲਾਈਨਸ ਫੋਲੋ ਕਰਨੀਆਂ ਚਾਹੀਦੀਆਂ? ਕੀ ਉਹਨੂੰ ਆਪਣੀ ਪਰਸਨਲ ਕਿਹੜੀ ਇਨਫੋਰਮੇਸ਼ਨ ਤੁਹਾਨੂੰ ਚਾਹੀਦੀ ਹੈ? ਕਿਉਂਕਿ ਕਈਆਂ ਨੂੰ ਪਤਾ ਨਹੀਂ। ਹੁਣ ਮੈਨੂੰ ਕਿਸੇ ਨੇ ਫੋਨ ਕੀਤਾ, ਲਾਸਟ ਵਾਰ ਅਸੀਂ ਗੱਲ ਕੀਤੀ ਸੀ ਆਪਣੇ ਸ਼ੋਅ ਦੇ ਦੌਰਾਨ ਕਿ ਆਹ ਨੰਬਰਾਂ ਤੇ ਤੁਸੀਂ ਫੋਨ ਕਰ ਸਕਦੇ ਹੋ। ਉਹਨਾਂ ਨੰਬਰਾਂ ਤੇ ਨੇ ਉਹਨਾਂ ਨੇ ਸਾਨੂੰ ਫੋਨ ਕੀਤਾ ਕਿ ਅਸੀਂ ਕਦੇ ਬਲੱਡ ਡੋਨੇਟ ਕੀਤਾ ਹੀ ਨਹੀਂ ਤੇ ਅਸੀਂ ਕਰਨਾ ਚਾਹੁੰਦੇ ਹਾਂ, ਸਾਨੂੰ ਕੀ ਕਰਨਾ ਚਾਹੀਦਾ? ਸੋ ਅਸੀਂ ਤੁਹਾਡਾ ਨੰਬਰ ਦਿੱਤਾ ਸੀ, ਪਰ ਮੈਂ ਚਾਹੂੰਗੀ ਕਿ ਤੁਸੀਂ ਦੱਸੋ ਕਿ ਕਿਹੜੇ ਸਟੈਪ ਫੋਲੋ ਕਰਨੇ ਚਾਹੀਦੇ ਉਹਨਾਂ ਨੂੰ। ਹਾਂਜੀ ਭੈਣ ਜੀ, ਜਿਹੜਾ ਸਾਰਿਆਂ ਤੋਂ ਵੱਡਾ ਸਟੈਪ ਤਾਂ ਇਹ ਹੈ ਵੀ ਜਦੋਂ ਮਨ ਦੇ ਵਿੱਚ ਆ ਗਿਆ ਮੈਂ ਬਲੱਡ ਡੋਨੇਟ ਕਰਨਾ, ਉਹ ਸਾਰਿਆਂ ਤੋਂ ਵੱਡਾ ਸਟੈਪ ਹੈ ਬਸ। ਹਾਂਜੀ। ਤੇ ਉਦੋਂ ਬਾਅਦ ਹੈਗਾ ਵੀ ਆਪਣੇ ਤੁਸੀਂ ਜਾ ਕੇ ਮਤਲਬ ਆਈਡੀ ਲੈ ਕੇ ਆਉਣੀ ਆਪਦੀ, ਹਨਾ, ਜਦੋਂ ਉਹਨਾਂ ਨੇ ਬਲੱਡ ਡੋਨੇਟ ਕਰਨ ਜਾਣਾ। ਤੇ ਤੁਸੀਂ ਖਾਧਾ ਪੀਤਾ ਹੋਣਾ ਚਾਹੀਦਾ ਪ੍ਰੋਪਰ ਵੇ, ਤੇ ਹੋਰ ਤਾਂ ਕੋਈ ਰਿਕੁਆਇਰਮੈਂਟ ਨਹੀਂ ਹੈਗੀ, ਬਸ ਭਾਵਨਾ ਹੀ ਹੈਗੀ ਆ। ਬੇਸਿਕਲੀ ਬੰਦਾ ਹੈਲਥੀ ਹੋਣਾ ਚਾਹੀਦਾ ਹੈ, ਕੋਈ ਮੇਜਰ ਬਿਮਾਰੀ ਨਹੀਂ ਹੋਣੀ ਚਾਹੀਦੀ। ਤੇ ਵੈਸੇ ਬਲੱਡ ਲੈਣ ਤੋਂ ਪਹਿਲਾਂ ਤੁਹਾਡਾ ਪ੍ਰੋਪਰ ਉਹ ਟੈਸਟ ਕਰਦੇ, ਮੈਡੀਕਲ ਟੈਸਟ ਕਰਦੇ ਆ। ਉਹਨਾਂ ਨੇ ਤੁਹਾਡਾ ਆਇਰਨ, ਲੇਡੀਜ਼ ਦਾ ਖਾਸ ਕਰਕੇ ਉਹਨਾਂ ਨੇ ਆਇਰਨ ਲੈਵਲ ਚੈੱਕ ਕਰਦੇ ਆ। ਜੇ ਜ਼ਿਆਦਾ ਆਇਰਨ ਲੋ ਆ ਤਾਂ ਫਿਰ ਬਲੱਡ ਨਹੀਂ ਲੈਂਦੇ ਹੈਗੇ। ਲਾਈਕ ਉਹ ਸਾਰਾ ਪ੍ਰੋਪਰ ਚੈੱਕ ਕਰਦੇ। ਤੁਹਾਡਾ ਬਲੱਡ ਪ੍ਰੈਸ਼ਰ ਵੀ ਚੈੱਕ ਕਰਨਾ, ਜੇ ਹਾਈ ਆ ਜਾਂ ਲੋ ਆ। ਉਹ ਵਧੀਆ ਚੈੱਕਅਪ ਹੁੰਦੀ ਹੈ ਉੱਥੇ। ਹਾਂਜੀ ਹਾਂਜੀ। ਕਈ ਵਾਰੀ ਤਾਂ ਹੁੰਦਾ ਵੀ ਜੇ ਤੁਹਾਡੀ ਕੋਈ ਤੁਹਾਨੂੰ ਪਤਾ ਨਹੀਂ ਹੁੰਦਾ, ਹਨਾ, ਸਪੈਸ਼ਲੀ ਆਇਰਨ ਦਾ, ਉੱਥੇ ਜਾ ਕੇ ਤੁਹਾਨੂੰ ਪਤਾ ਲੱਗ ਜਾਂਦਾ ਵੀ ਤੁਹਾਡੀ ਆਇਰਨ ਘੱਟ ਹੈਗੀ, ਯਾਨੀ ਟੈਸਟ ਵੀ ਹੋ ਜਾਂਦਾ ਆਇਰਨ ਦਾ। ਵੈਸੇ ਤਾਂ ਮੇਰੇ ਖਿਆਲ ਦੇ ਵਿੱਚ ਸ਼ਾਇਦ ਲੋਕੀ ਆਪਣੀ ਸਿਹਤ ਦਾ ਅੱਜਕੱਲ ਬੜਾ ਖਿਆਲ ਰੱਖ ਰਹੇ ਸਾਰੇ, ਸੋ ਇਦਾਂ ਦੇ ਕੋਈ ਕੰਪਲਿਕੇਸ਼ਨਸ ਨਹੀਂ ਆਉਂਦੀਆਂ ਹੋਣਗੀਆਂ। ਜਦੋਂ ਅਸੀਂ ਗੱਲ ਕਰਦੇ ਆ ਤੇ ਸਾਡੀ ਨਵੀਂ ਜਨਰੇਸ਼ਨ, ਸੋ ਨੌਜਵਾਨ ਪੀੜ੍ਹੀ, ਜਿਹੜੇ ਸਾਡੇ ਇੱਥੇ ਦੇ ਜੰਮੇ ਪਲੇ ਬੱਚੇ ਆ, ਉਹ ਕਿੰਨੇ ਕੁ ਵੋਲੰਟੀਅਰ ਨਾਲ ਲੱਗੇ ਹੈਗੇ ਆ? ਕਿੰਨੀ ਕੁ ਉਹਨਾਂ ਦੇ ਵਿੱਚ ਕਿੰਨੀ ਕੁ ਸ਼ਿੱਦਤ ਦੇ ਨਾਲ ਤੁਹਾਡਾ ਕੰਮ ਕਰਦੇ? ਕਿਉਂਕਿ ਆਪਣਾ ਫਰਜ਼ ਇਹ ਬਣਦਾ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਹੱਥਾਂ 'ਚ ਦਈਏ ਦੀ ਮੁਹਿੰਮ, ਉਹਨਾਂ ਨੂੰ ਦੱਸੀਏ ਕਿ ਸਾਡੇ ਨਾਲ ਚੱਲਣ। ਸੋ ਤੁਸੀਂ ਦੱਸੋ ਕਿ ਆਪਣੇ ਇਸ ਮੁਹਿੰਮ ਦੇ ਵਿੱਚ ਨੌਜਵਾਨਾਂ ਦਾ ਕੀ ਯੋਗਦਾਨ ਹੈ? ਭੈਣ ਜੀ, ਜਦੋਂ ਸ਼ੁਰੂ ਹੋਇਆ ਸੀ ਨਾ, ਉਦੋਂ ਬੱਚੇ 3-3 ਸਾਲ ਦੇ, ਕੋਈ ਕ੍ਰਿਬ 'ਚ ਸੀਗਾ, ਕੋਈ ਸਟੋਲਰ ਤੇ ਪਾ ਕੇ ਲੈ ਜਾਈਦਾ ਸੀ। ਐਕਚੁਅਲੀ ਉਦੋਂ ਆਪਣਾ ਖਾਲਸਾ ਦੇ ਦਿਵਸ ਤੇ ਉਦੋਂ ਆਪਣਾ ਲਿਟਰੇਚਰ ਵੰਡਿਆ ਸੀਗਾ 10,000 ਘਰਾਂ ਨੂੰ ਨੌਕ ਕਰਕੇ ਜੀ। ਉਦੋਂ ਨਾਲ ਬੱਚਿਆਂ ਨੂੰ ਉਵੇਂ ਨਾਲ ਲੈ, ਕਿਸੇ ਦੀ ਉਂਗਲੀ ਫੜੀ ਹੁੰਦੀ ਸੀ ਕਿਸੇ ਨਾਲ। ਉਹੀ ਬੱਚੇ ਹੁਣ 22 ਸਾਲਾਂ ਤੋਂ ਦੇਖ ਲਓ ਵੀ ਹੁਣ 25 ਸਾਲਾਂ ਦੇ ਹੋ ਗਏ, ਕੋਈ 27 ਸਾਲਾਂ ਦੇ ਹੋ ਗਏ, ਉਹ ਨਾਲ ਹੀ ਵਲੰਟੀਅਰ ਕਰ ਰਹੇ ਆ ਕੰਪੇਨ ਦੇ। ਹਾਂਜੀ, ਵਧੀਆ। ਤੇ ਉਹਨਾਂ ਨੂੰ ਇਹ ਹੈਗਾ ਜਿਵੇਂ ਨਾ ਇਵੈਂਟ ਬਣ ਗਈ ਇਹ ਸਾਡੀ ਵਲੰਟੀਅਰਾਂ ਦੀ ਲਾਈਫ ਦੇ ਵਿੱਚ,
ਵੀ ਨਵੰਬਰ ਦਾ ਮਹੀਨਾ ਆਇਆ, ਸਭ ਨੂੰ ਪਤਾ ਹੀ ਹੁੰਦਾ ਵੀ ਤੁਸੀਂ ਕਿੱਥੇ ਕੀ ਕਰਨਾ। ਜਿਵੇਂ ਕਈ ਵਾਰੀ ਮੇਰੀ ਬੇਟੀ ਇੱਕ ਬਾਹਰ ਮੂਵ ਹੋ ਗਈ, ਉਹ ਕਹਿੰਦੀ ਮੰਮੀ ਵੀ ਮੈਂ ਮਿਸ ਕਰਦੀ ਆ ਵੀ ਕੁਝ ਮਿਸਿੰਗ ਹੈਗਾ ਇਸ ਮਹੀਨੇ ਦੇ ਵਿੱਚ। ਜੀ ਬਿਲਕੁਲ ਜੀ, ਇਹ ਤਾਂ ਜਿਵੇਂ ਹਨਾ ਸਾਰੇ ਤੁਹਾਡੇ ਵਲੰਟੀਅਰਸ ਦੇ ਨਾਲ ਸੀਗੇ, ਬੱਚੇ ਤੋਂ ਸ਼ੁਰੂ ਤੋਂ ਨਾਲ ਤੁਹਾਡੇ ਰਹੇ ਆ, ਤੇ ਜਿਹੜੇ ਸਾਡੀ ਆਮ ਯੂਥ ਆ, ਅਸੀਂ ਸਾਡੇ ਬੱਚੇ ਆ ਦੂਜੇ ਸਾਰੇ, ਉਹਨਾਂ ਨੂੰ ਤੁਸੀਂ ਕਿਵੇਂ ਉਹਨਾਂ ਨੂੰ ਇਨਸਪਾਇਰ ਕਰੋਗੇ ਕਿ ਉਹ ਵੀ ਇਸ ਪਾਸੇ ਨੂੰ ਆਉਣ? ਉਹ ਭੈਣ ਜੀ ਇੱਕ ਐਕਚੁਅਲੀ ਬੱਚੇ ਹੀ ਬੱਚਿਆਂ ਦੇ ਜਿਹੜੇ ਉਹ ਬੱਚੇ ਜਿਹੜੇ ਵਲੰਟੀਅਰ ਦੇ ਕਰਦੇ ਆ ਨਾ, ਉਹ ਆਪਣੇ ਜਦੋਂ ਅਕਤੂਬਰ ਦੇ ਵਿੱਚ ਜਦੋਂ ਆਪਣੀ ਸਟਾਰਟ ਹੁੰਦੀ ਹੈ, ਇਹਦੀਆਂ ਮੀਟਿੰਗ ਸਟਾਰਟ ਹੁੰਦੀਆਂ, ਉਦੋਂ ਮੀਟਿੰਗਸ ਕਰਦੇ ਆ ਯੂਥ ਦੇ ਨਾਲ। ਫਿਰ ਉੱਥੇ ਯੂਥ ਦੇ ਨਾਲ ਡਿਸਕਸ਼ਨ ਕਰਦੇ ਆ ਵੀ ਆਪਣੇ ਨਾਲ ਕੀ ਹੋਇਆ ਸੀ, ਆਪਾਂ ਇਹ ਕੰਪੇਨ ਕਿਉਂ ਚਲਾਉਂਦੇ ਆ। ਕਾਫੀ ਜ਼ਿਆਦਾ ਤੁਸੀਂ ਹੈਰਾਨ ਹੋਵੋਗੇ ਵੀ ਕਮਰਾ ਭਰਿਆ ਹੁੰਦਾ ਉਦੋਂ ਯੂਥ ਆਉਂਦਾ ਜਿਹੜਾ, ਤੇ ਉਹਦੇ ਜਦੋਂ ਭੈਣ ਭਰਾ ਆਪਣੇ ਬਲੱਡ ਡੋਨੇਟ ਕਰਨ ਜਾਂਦੇ ਆ ਨਾ, ਉਦੋਂ ਹੀ ਉਹਨਾਂ ਨੂੰ ਭੈਣ ਭਰਾ ਦੇ ਮਨ ਦੇ ਵਿੱਚ ਹੁੰਦਾ ਵੀ ਅਸੀਂ ਆਪਦੇ ਬੱਚਿਆਂ ਨੂੰ ਵਲੰਟੀਅਰ ਕਰਾ ਸਕਦੇ ਹਾਂ ਜੀ। ਆਪਣੇ ਨਿਊ ਵਲੰਟੀਅਰ ਦੀ ਉਦੋਂ ਹੀ ਸਾਈਨ ਅਪ ਹੋ ਜਾਂਦੀ ਆ। ਉਹ 1 ਸਾਲ ਪਹਿਲਾਂ ਹੀ ਲਿਖਾ ਕੇ ਚਲੇ ਜਾਂਦੇ ਆ, ਤੇ ਫਿਰ ਉਹਨਾਂ ਨੂੰ ਅਗਲੇ ਸਾਲ ਸੱਦ ਲਿਆ ਜਾਂਦਾ ਵੀ ਹੁਣ ਆਪਾਂ ਵਲੰਟੀਅਰ ਕਰਨ ਲੱਗੇ ਆ। ਤੇ ਅੱਛਾ ਤੇਜਿੰਦਰ ਭੈਣ ਜੀ, ਜਦੋਂ ਅਸੀਂ ਗੱਲ ਕਰਦੇ ਆ, ਪਹਿਲਾਂ ਤੇ ਨੋਰਮਲ ਚੱਲਦਾ ਸੀ ਸਾਰਾ ਕੁਝ, ਸਾਡੀ ਜ਼ਿੰਦਗੀ ਬੜੀ ਨੋਰਮਲ ਸੀ। ਸਾਨੂੰ ਕਿਸੇ ਨੂੰ ਗਲ ਲਾਉਣ ਲੱਗਿਆ, ਸਾਨੂੰ ਕਿਸੇ ਨੂੰ ਹੱਥ ਮਿਲਾਉਣ ਲੱਗਿਆ, ਕੋਈ ਡਰ ਨਹੀਂ ਸੀ ਮਨ ਦੇ ਵਿੱਚ। ਤੇ ਹੁਣ ਕੋਵਿਡ ਨੇ ਜ਼ਿੰਦਗੀ ਬਿਲਕੁਲ ਬਦਲ ਦਿੱਤੀ ਹੈ। ਸੋ ਮਾਰਚ ਤੋਂ ਲੈ ਕੇ ਜੇ ਅਸੀਂ ਗੱਲ ਕਰੀਏ, ਹੁਣ ਨਵੰਬਰ ਆ ਗਿਆ ਹੈਗਾ ਆ, ਤੇ ਬਿਲਕੁਲ ਸਾਰਿਆਂ ਦੀ ਜ਼ਿੰਦਗੀ ਦੇ ਵਿੱਚ ਬਹੁਤ ਸਾਰੀ ਚੇਂਜ ਆ ਗਈ ਹੈ। ਤੇ ਇਸ ਕੈਂਪੇਨ ਨੂੰ ਹੁਣ ਕਿੰਨੀ ਕੁ ਤੁਹਾਨੂੰ ਮੁਸ਼ਕਲ ਆ ਰਹੀ ਹੈਗੀ ਆ ਆਨਲਾਈਨ ਲੋਕਾਂ ਨੂੰ ਅਵੇਅਰਨੈਸ ਦੇਣੀ, ਕਿਉਂਕਿ ਸਾਰਾ ਕੁਝ ਹੀ ਆਨਲਾਈਨ ਹੋ ਗਿਆ, ਸਾਰਾ ਕੁਝ ਹੀ ਤੁਸੀਂ ਕੋਈ ਵੱਡੀਆਂ ਗੈਦਰਿੰਗਸ ਨਹੀਂ ਕਰ ਸਕਦੇ। ਸੋ ਇਹਦੇ ਬਾਰੇ ਹੁਣ ਦੱਸੋ ਕਿ ਹੁਣ ਤੁਸੀਂ ਕਿਵੇਂ ਸਾਰਾ ਕੁਝ ਮੈਨੇਜ ਕਰਦੇ ਹੋ, ਕਿਉਂਕਿ ਐਬਸਫੋਰਡ ਦੇ ਵਿੱਚ ਬਹੁਤ, ਪਿਛਲੀ ਵਾਰ ਜੇ ਮੈਂ ਗੱਲ ਕਰਾਂ ਤੇ ਅਸੀਂ ਖੁਦ ਉੱਥੇ ਕਵਰੇਜ ਕਰਨ ਗਏ ਸੀ ਤੇ ਬਹੁਤ ਹੀ ਲੋਕਾਂ ਦਾ ਇਕੱਠ ਸੀ ਭਾਰਾ। ਸੋ ਹੁਣ ਕਿਵੇਂ ਤੁਸੀਂ ਮੈਨੇਜ ਕਰਦੇ ਆ, ਕਿਹੜੀਆਂ ਗਾਈਡਲਾਈਨਸ ਆ, ਤੇ ਕੀ ਤੁਸੀਂ ਲੋਕਾਂ ਨੂੰ ਮੈਸੇਜ ਦੇਣਾ ਵੀ ਉਹ ਕਿਵੇਂ ਉੱਥੇ ਆ ਸਕਦੇ ਆ, ਕੀ ਉਹਨਾਂ ਨੇ ਪ੍ਰੋਟੋਕਾਲ ਫੋਲੋ ਕਰਨੇ ਆ? ਭੈਣ ਜੀ ਜਿਵੇਂ ਤੁਸੀਂ ਦੱਸਿਆ ਵੀ ਉਦੋਂ ਤਾਂ ਉੱਥੇ ਨਾ ਦਲਵੀਰ ਭੈਣ ਜੀ ਨੇ ਦੱਸਿਆ ਸੀ ਮੇਲਾ ਲੱਗਿਆ ਹੁੰਦਾ ਸੀ ਉੱਥੇ ਨਾ, ਇਹ ਕੰਪੇਨ ਦਾ ਇੱਕ ਇਵੈਂਟ ਬਣ ਗਿਆ ਸੀ ਨਵੰਬਰ ਦਾ। ਤੇ ਪਰ ਹੁਣ ਜਿਹੜਾ ਹੈਗਾ ਕੋਵਿਡ ਕਰਕੇ ਆਪਾਂ ਨੂੰ ਸਾਰੀਆਂ ਗਾਈਡਲਾਈਨਸ ਆਪਾਂ ਬਿਲਕੁਲ ਫੋਲੋ ਕਰ ਰਹੇ ਹਾਂ। ਇਹ ਇੱਕ ਬਹੁਤ ਵੱਡਾ ਚੈਲੰਜ ਸੀਗਾ ਜਦੋਂ ਆਪਾਂ ਨੂੰ CBS ਨੇ ਕੰਟੈਕਟ ਕੀਤਾ, ਕਿਉਂਕਿ ਸਾਰੀਆਂ ਇਵੈਂਟ ਹੈ ਜਿਹੜੀਆਂ ਉਹ ਕੈਂਸਲ ਹੋ ਗਈਆਂ ਸੀ ਨਾ ਆਪਣੇ ਗਵਰਨਮੈਂਟ ਵੱਲੋਂ। ਪਰ ਉਹਨਾਂ ਨੇ ਆਪਾਂ ਨੂੰ ਕੰਟੈਕਟ ਕੀਤਾ ਵੀ ਹੁਣ ਵੀ ਇਹ ਆਪਾਂ ਇਵੈਂਟ ਚਾਲੂ ਰੱਖਣੀ ਹੈ, ਕਿਉਂਕਿ ਇਹਨਾਂ ਦਿਨਾਂ ਦੇ ਵਿੱਚ ਬਲੱਡ ਦੀ ਬਹੁਤ ਲੋੜ ਹੁੰਦੀ ਆ ਜੀ। ਤੇ ਆਪਣੀ ਕੰਪੇਨ ਸਿੱਖ ਨੇਸ਼ਨ ਦੀ ਕੰਪੇਨ ਹੀ ਸੀਗੀ ਵੀ ਜਿਹੜੀ ਕਾਫੀ ਜ਼ਿਆਦਾ ਬਲੱਡ ਜਿਹੜਾ ਇਸ ਟਾਈਮ ਤੇ ਇਕੱਠਾ ਕਰਦੀ ਸੀ ਨਾ। ਤੇ ਉਹਨਾਂ ਨੇ ਹੁਣ ਆਪਣੇ ਕੋਲੇ ਕੰਪੇਨ ਵਾਲੇ ਵਲੰਟੀਅਰਸ ਦੇ ਕੋਲੇ 2 ਚੁਆਇਸਿਸ ਸੀਗੀਆਂ। ਇੱਕ ਤਾਂ ਸੀਗੀਆਂ ਵੀ ਆਪਾਂ ਕਹੀਏ ਵੀ ਅਸੀਂ ਨਹੀਂ ਵੀ ਕਰਨੀ ਨਹੀਂ ਹੈਗੀ ਕਿਉਂਕਿ ਇਹ ਚੈਲੰਜਡ ਹੈਗਾ ਨਾ, ਤੇ ਦੂਜੀ ਸੀਗੀ ਜਿਵੇਂ ਗੁਰੂ ਪਾਤਸ਼ਾਹ 5ਵੇਂ ਪਾਤਸ਼ਾਹ ਨੇ ਲਾਹੌਰ ਦੇ ਵਿੱਚ ਜਦੋਂ ਪਲੇਗ ਦੀ ਬਿਮਾਰੀ ਫੈਲੀ ਤਾਂ ਉਹਨਾਂ ਨੇ ਉੱਥੇ ਜਾ ਕੇ ਸੇਵਾ ਕੀਤੀ ਹੈ ਨਾ। ਹੁਣ ਫਿਰ ਉਹ ਵਲੰਟੀਅਰਸ ਨੇ ਡਿਸਕਸ ਕੀਤਾ ਵੀ ਆਪਾਂ ਨੂੰ ਚੈਲੰਜ ਤਾਂ ਬਹੁਤ ਵੱਡਾ ਆਊਗਾ, ਪਰ ਆਪਾਂ ਗੁਰੂ ਪਾਤਸ਼ਾਹ ਦੇ ਪੂਰਨਿਆਂ ਤੇ ਚੱਲਦੇ ਹੋਏ ਵੀ ਇਹਨੂੰ ਚੈਲੰਜ ਨੂੰ ਕਬੂਲ ਕਰੀਏ। ਕੀ ਬਾਤ ਹੈ ਵੀ ਪਰ ਆਪਾਂ ਨੂੰ ਸਾਰਿਆਂ ਨੂੰ ਜਿਵੇਂ ਨਹੀਂ ਪੂਰੇ ਐਨ ਜਿਵੇਂ ਸਿਪਾਹੀ ਹੁੰਦੇ ਆ ਵੀ ਉਵੇਂ ਕੰਮ ਕਰਨਾ ਪੈਣਾ। ਤੇ ਤੁਸੀਂ ਮੰਨਣਾ ਨਹੀਂ ਵੀ ਉਵੇਂ ਹੀ ਸਾਰੇ ਜਿੰਨੇ ਵੀ ਵਲੰਟੀਅਰ ਐਕਚੁਅਲੀ ਜ਼ੂਮ ਦੇ ਥਰੂ ਮਿਲਦੇ ਰਹੇ, ਮੀਟਿੰਗਾਂ ਉਵੇਂ ਸਾਡੀਆਂ ਰਹੀਆਂ, ਨਾਟ ਇਨ ਪਾਰਟਿਕੂਲਰ ਮਤਲਬ ਕਿਤੇ ਜਾ ਕੇ, ਪਰ ਜ਼ੂਮ ਦੇ ਉੱਤੇ ਲਗਾਤਾਰ ਮੀਟਿੰਗਾਂ ਚੱਲਦੀਆਂ ਰਹੀਆਂ। ਤੇ ਉਹਦੇ ਵਿੱਚ ਸਾਰੇ ਪ੍ਰੋਟੋਕਾਲ ਉਹਨਾਂ ਨੇ ਕੀਤੇ ਗਏ ਵੀ ਆਪਾਂ ਕਿਵੇਂ 6 ਫੁੱਟ ਦੀ ਦੂਰੀ ਤੇ ਰਹਿਣਾ, ਕਿਵੇਂ ਕਿਸੇ ਦੇ ਨਾਲ ਹੈਂਡਸ਼ੇਕ ਨਹੀਂ ਕਰਨਾ। ਪਹਿਲਾਂ ਤਾਂ ਆ ਕੇ ਐਂ ਲੱਗਦਾ ਸੀ ਵੀ ਜਿਵੇਂ ਮਿਲੇ ਆ ਕਿਸੇ ਨੂੰ ਨਾ ਵੀ ਕਿਸੇ ਨੂੰ ਹੱਕ ਕੀਤੀ ਜਾਵੇ ਨਾ, ਕਿਉਂਕਿ ਤੁਸੀਂ ਆਪਾਂ ਕਰਦੇ ਆ ਆਪਾਂ ਨੂੰ, ਪਰ ਹੌਲੀ ਹੌਲੀ ਜਿਹੜਾ ਦਿਮਾਗ ਜਿਵੇਂ ਆਪਾਂ ਵੇਅਰ ਹੋ ਜਾਂਦੇ ਆ ਵੀ ਨਹੀਂ ਇਹ ਗੁੱਡ ਚੀਜ਼ ਨਹੀਂ ਹੈਗੀ ਹੈ ਨਾ। ਤੇ ਇਸ ਤਰ੍ਹਾਂ ਹੀ ਜਿਹੜੇ ਹੁਣ ਜਿਵੇਂ ਸਰੀ ਦੇ ਵਿੱਚ ਹੋਈ ਆ, ਵਲੰਟੀਅਰ ਇੰਨੇ ਜ਼ਿਆਦਾ ਭੈਣ ਜੀ ਡਿਸਿਪਲਿਨਡ ਸੀਗੇ, ਉਹ 6-6 ਫੁੱਟ ਦੀ ਦੂਰੀ ਤੇ ਖੜੇ ਸੀ ਤੇ ਉਹਨਾਂ ਨੇ ਜਿਵੇਂ ਦਿੰਦੇ ਸੀਗੇ ਕੋਈ ਵੀ ਚੀਜ਼ ਦਿੰਦੇ ਸੀ, ਉਹ ਟੌਂਗਸ ਦੀ ਵਰਤੋਂ ਕਰਦੇ ਸੀਗੇ। ਜਿਵੇਂ ਮਾਸਕ ਦੇਣੇ ਆ, ਕੋਈ ਹੱਥ ਨਹੀਂ ਸੀ ਲਾ ਰਿਹਾ ਉਹਨਾਂ ਨੂੰ, ਜਿੰਨੇ ਵੀ ਆਉਂਦੇ ਸੀ ਆਪਣੇ ਡੋਨਰ ਆਉਂਦੇ ਸੀ ਉਵੇਂ ਉਹਨਾਂ ਨੂੰ ਪ੍ਰੋਵਾਈਡ ਕਰਦੇ ਸੀ। ਕੋਈ ਵੀ ਬਿਨਾਂ ਅਪਾਇੰਟਮੈਂਟ ਤੋਂ ਉੱਥੇ ਆ ਨਹੀਂ ਸੀ ਸਕਦਾ ਜੀ। ਹਾਂਜੀ, ਇੱਕ ਮੈਂ ਭੁੱਲ ਗਈ ਜਿਹੜੀ ਹੈਗੀ ਸੀ ਆਪਣੀ, ਉਂਝ ਕੋਈ ਨਹੀਂ ਸੀ ਜਾ ਸਕਦਾ, ਪਰ ਵਲੰਟੀਅਰ ਜਿੰਨੇ ਵੀ ਡੋਨਰ ਆ ਉਹ ਅਪਾਇੰਟਮੈਂਟ ਬਣਾ ਕੇ ਜਾ ਸਕਦੇ ਸੀ।
ਸੋ ਅਪਾਇੰਟਮੈਂਟ ਬਣਾਉਣ ਦੇ ਲਈ ਤੁਹਾਡੀ ਕੋਈ ਵੈਬਸਾਈਟ ਹੈ ਜਿੱਥੇ ਉਹਨਾਂ ਨੇ ਰਜਿਸਟਰ ਕਰਨਾ, ਜਾਂ ਕਿ ਇਹੋ 604 369 1984 ਤੇ ਕਾਲ ਕਰਕੇ ਅਪਾਇੰਟਮੈਂਟ ਬੁੱਕ ਹੋ ਸਕਦੀ ਹੈ? ਭੈਣ ਜੀ ਐਤਕੀ ਫਿਰ ਕੋਵਿਡ ਕਰਕੇ ਇੱਕ ਨਾ ਸਪੈਸ਼ਲ ਨੰਬਰ ਆਪਣੇ BC ਵਾਸਤੇ ਲਿਆ ਸੀਗਾ। ਉਹਦਾ ਨੰਬਰ ਹੈਗਾ ਆਪਣਾ 778 ਜੀ 309 4784 778 309 4784 ਜੀ। ਹਾਂਜੀ, ਇਹ ਸਪੈਸ਼ਲ ਨੰਬਰ ਹੈਗਾ ਜੀ ਤੇ ਫੋਨ ਕਰਕੇ ਜੀ ਕੋਈ ਵੀ ਡੋਨਰ ਜਿਹੜਾ ਵੀ ਡੋਨੇਟ ਕਰਨਾ ਚਾਹੁੰਦਾ ਉਹ ਅਪਾਇੰਟਮੈਂਟ ਬਣਾ ਸਕਦੇ ਆ, ਤੇ ਆਪਣੇ ਸਿੱਖ ਵੀਰ ਭੈਣ ਬੈਠੇ ਆ ਉੱਥੇ ਜਿਹੜੇ ਅਪਾਇੰਟਮੈਂਟ ਬਣਾਉਂਦੇ ਆ, ਤੇ ਫਿਰ ਉਸ ਹਿਸਾਬ ਨਾਲ ਉਹਨਾਂ ਜਿਵੇਂ ਅੱਗੇ ਤਾਂ ਹੁੰਦਾ ਸੀ ਸਾਰਾ ਪਰਿਵਾਰ ਆ ਜਾਂਦਾ ਹੁੰਦਾ ਸੀ ਨਾ, ਬੱਚੇ ਵੀ ਆ ਜਾਂਦੇ ਸੀ, ਤੇ ਹੁਣ ਸਿਰਫ ਉਹੀ ਆ ਸਕਦਾ ਜਿਹਨੇ ਬਲੱਡ ਡੋਨੇਟ ਜਿਨ੍ਹਾਂ ਨੇ ਕਰਨਾ। blood ਸਾਡੇ ਨਾਲ ਭੈਣ ਜੀ ਇੱਕ ਕਾਲਰ ਹੈ ਜੀ, ਇਹਨਾਂ ਦੇ ਨਾਲ ਗੱਲ ਕਰਦੇ ਆ। ਸਵਾਗਤ ਹੈ ਜੀ ਤੁਹਾਡਾ ਸਾਂਝਾ ਟੀਵੀ ਤੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਭੈਣ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਅਮਰ ਜੀ ਗੱਲ ਕਾ ਕਰੀ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਮਰ ਜੀ ਜੀ ਕੀ ਕਹੋਗੇ ਵੀਰੇ? ਬਸ ਭੈਣ ਜੀ ਵਧੀਆ। ਮੈਂ ਕਿਹਾ ਬਹੁਤ ਵਧੀਆ, ਬਲਵੀਰ ਭੈਣ ਜੀ ਵੀ ਆਏ ਨੇ ਅੱਜ ਬੋਧਾ, ਤੇ ਬਹੁਤ ਵਧੀਆ ਆ ਜਿਹੜਾ ਕੰਮ ਆ ਬਲੱਡ ਡੋਨੇਸ਼ਨ ਨਾਲ ਜਿਹੜਾ। ਤੇ ਮੈਨੂੰ ਸਿਰਫ ਭੈਣ ਜੀ ਇਹ ਦੱਸੋ ਕਿ ਜਰਮਨੀ 'ਚ ਵੀ ਹੈ ਆਪਣਾ ਕੋਈ ਨਿਜ਼ਾਮ ਆਪਣਾ, ਜਾਂ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ, ਜਾਂ ਕਿ ਮੈਂ ਵੀ ਜਾ ਕੇ ਤੇ ਬਿਲਕੁਲ ਜੀ, ਅਸੀਂ ਭੈਣ ਜੀ ਹੁਣਾਂ ਨੂੰ, ਤੇਜਿੰਦਰ ਭੈਣ ਜੀ ਹੁਣਾਂ ਨੂੰ ਜ਼ਰੂਰ ਪੁੱਛਦੇ ਆ ਤੇ ਉਹ ਤੁਹਾਨੂੰ ਜ਼ਰੂਰ ਦੱਸਣਗੇ। ਪਰ ਥੈਂਕ ਯੂ, ਤੁਸੀਂ ਜਰਮਨੀ ਤੋਂ ਫੋਨ ਕੀਤਾ। ਤੇ ਭੈਣ ਜੀ ਇੱਕ ਦੋ ਮੈਂ ਲੈਣਾ ਕਹਿਣਾ ਚਾਹਾਂਗੇ, ਇਜਾਜ਼ਤ ਦਿਓ ਤੇ। ਜੀ ਬਿਲਕੁਲ। ਉਹ ਇਹ ਕਿ ਪਹਿਲਾਂ 47 ਚ ਵੰਡ ਕੀਤੀ, ਫਿਰ 84 ਚ ਜੰਗ ਕੀਤੀ। ਇਹਨਾਂ ਜ਼ਾਲਮ ਸਰਕਾਰਾਂ ਨੇ ਕੁਰਸੀ ਦੇ ਲਈ ਬਸ ਪੰਜਾਬੀਆਂ ਦੀ ਹੀ ਵੰਡ ਕੀਤੀ। ਜੀ ਜਿਹੜੇ ਰਹਿੰਦੇ ਨਹੀਂ ਸਨ ਇੱਕ ਦੂਜੇ ਤੋਂ ਬਿਨਾਂ, ਉਹਨਾਂ ਯਾਰਾਂ ਨੇ ਹੀ ਯਾਰਾਂ ਨੂੰ ਕੰਡ ਕੀਤੀ। ਪਹਿਲੇ 47 ਵਿੱਚ ਤੇ ਫਿਰ 84 ਵਿੱਚ ਸਰਕਾਰਾਂ ਨੇ ਬਸ ਪੰਜਾਬੀਆਂ ਦੀ ਹੀ ਵੰਡ ਕੀਤੀ। ਜੀ ਹਾਂਜੀ, ਬਹੁਤ ਬਹੁਤ ਸਤਿ ਸ਼੍ਰੀ ਅਕਾਲ। ਥੈਂਕ ਯੂ ਵੀਰੇ, ਥੈਂਕ ਯੂ ਜੀ ਤੁਹਾਡਾ, ਥੈਂਕ ਯੂ ਜੀ। ਜੀ ਕੋ ਜ਼ਰੂਰ ਦੱਸਾਂਗੇ ਜਰਮਨੀ 'ਚ ਹੈ ਕੋਈ, ਤੇ ਫਿਰ ਮੈਂ ਜੀ ਬਿਲਕੁਲ ਅਸੀਂ ਇਹਨਾਂ ਤੋਂ ਜਾਣਦੇ ਆ ਜੀ। ਥੈਂਕ ਯੂ ਜੀ। ਭੈਣ ਜੀ ਜਰਮਨੀ ਤੋਂ ਸਾਨੂੰ ਇਹਨਾਂ ਦੀ ਵੀਰ ਜੀ ਉਹਨਾਂ ਦੀ ਕਾਲ ਸੀ ਕਿ ਉੱਥੇ ਵੀ ਉਹਨਾਂ ਨੇ ਕਰਨਾ ਚਾਹੁੰਦੇ ਆ ਬਲੱਡ, ਕੀ ਆਪਣਾ ਇਹੋ ਜਿਹਾ ਕੁਝ ਹੈ ਕਿ ਜਾਂ ਉੱਥੇ ਕਿਸੇ ਰੈੱਡ ਕਰਾਸ ਨਾਲ ਜਾਂ ਕਿਤੇ ਹੋਰ ਜਾ ਕੇ ਉਹ ਕਰ ਸਕਦੇ ਆ? ਹਾਂਜੀ ਭੈਣ ਜੀ, ਜਿਵੇਂ ਆਪਾਂ ਪਹਿਲਾਂ ਗੱਲ ਕਰਦੇ ਸੀ ਵੀ ਆਰਗੇਨਾਈਜ਼ ਵੇ ਨਾਲ ਤਾਂ ਕੈਨੇਡਾ 'ਚ ਹੀ ਹੈਗਾ ਹੈ ਨਾ, ਪਰ ਜਿੱਥੇ ਵੀ ਸਿੱਖ ਬੈਠਾ ਉਹ ਕੋਈ ਵੀ ਜਿੱਥੇ ਵੀ ਬਲੱਡ ਡੋਨੇਟ ਕਰਦੇ ਆ, ਮਤਲਬ ਉਹ ਗਵਰਨਮੈਂਟ ਵੱਲੋਂ ਹੁੰਦੇ ਆ, ਉਹਨਾਂ ਦੇ ਕੋਲੇ ਜਾ ਕੇ ਉਹਨਾਂ ਨੂੰ ਦੱਸ ਕੇ, ਕਿਉਂਕਿ ਉਹ ਨਾ ਇੱਕ ਉਹਨਾਂ ਦੇ ਕੋਲੇ ਜਿਵੇਂ ਹੁੰਦਾ ਫੋਲਡਰ ਵਗੈਰਾ ਹੁੰਦਾ, ਵੀ ਉਹ ਪੁੱਛਦੇ ਆ ਤੁਹਾਨੂੰ ਵੀ ਤੁਸੀਂ ਕਾਹਦੇ ਵਾਸਤੇ ਡੋਨੇਟ ਕਰਨਾ ਚਾਹੁੰਦੇ ਹੋ, ਫਿਰ ਆਪਣਾ ਜਿਵੇਂ ਸਿੱਖ ਨੇਸ਼ਨ ਦੇ ਅੰਡਰ ਆ ਜਾਂਦਾ। ਇਸ ਤਰ੍ਹਾਂ ਉੱਥੇ ਜਾ ਕੇ ਵੀਰ ਜੀ ਦੱਸ ਕੇ ਵੀ ਮੈਂ ਸਿੱਖ ਨੇਸ਼ਨ ਵਾਸਤੇ ਡੋਨੇਟ ਕਰਨਾ ਚਾਹੁੰਦਾ, ਉਹਨਾਂ ਨੇ ਇਹਨਾਂ ਦੀ ਜਿਹੜੀ ਡੋਨੇਸ਼ਨ ਆ ਸਿੱਖ ਨੇਸ਼ਨ ਦੇ ਵਿੱਚ ਪਾ ਦੇਣੀ ਆ। ਕੀ ਬਾਤ ਹੈ। ਸੋ ਕਿਸੇ ਵੀ ਕੰਟਰੀ 'ਚ ਬੈਠੇ ਆ, ਬੇਸ਼ੱਕ ਅਸੀਂ ਪੰਜਾਬ 'ਚ ਬੈਠੇ ਆ, ਅਸੀਂ ਅਮਰੀਕਾ 'ਚ ਆ, ਜਰਮਨੀ 'ਚ ਆ, ਇੰਗਲੈਂਡ 'ਚ ਆ, ਕਿਤੇ ਵੀ ਅਸੀਂ ਬੈਠੇ ਆ, ਸਾਡੇ ਲਾਗੇ ਜਿਹੜਾ ਵੀ ਕੋਈ ਹਸਪੀਟਲ ਆ ਜਾਂ ਕੋਈ ਖੂਨਦਾਨ ਜਿੱਥੇ ਦੇ ਸਕਦੇ ਆ, ਜਿਵੇਂ ਰੈੱਡ ਕਰਾਸ ਤੇ ਚੱਲ ਜੀਦਾ ਅਸੀਂ, ਸੋ ਉੱਥੇ ਜਾ ਕੇ ਪਤਾ ਕਰਕੇ ਤੇ ਉਹ ਦੱਸ ਸਕਦੇ ਆ ਵੀ ਅਸੀਂ ਐਸ ਕੰਮ ਕਰਕੇ ਦੇ ਰਹੇ ਹੈਗੇ ਆ, ਵੀ 1984 ਦਾ ਦੱਸ ਵੀ ਦੇਣ ਤਾਂ ਚੰਗੀ ਗੱਲ ਆ, ਦੱਸਣਾ ਚਾਹੀਦਾ ਵੀ ਜੈਨੋਸਾਈਡ ਸਾਡੇ ਨਾਲ ਹੋਇਆ ਸੀ, ਪਰ ਫਿਰ ਵੀ ਉਹ ਦੱਸਣ ਕਿ ਸਿੱਖ ਨੇਸ਼ਨ ਲਈ ਦੇ ਰਹੇ ਹੈਗੇ ਆ, ਤੇ ਉਹ ਫਿਰ ਤੁਹਾਡੇ ਅੰਡਰ ਚਲੇ ਜਾਵੇਗਾ। ਹਾਂਜੀ, ਆਈ ਨਹੀਂ ਆਪਾਂ ਕਹਿ ਸਕਦੇ, ਕਿਉਂਕਿ ਕੈਨੇਡਾ ਦਾ ਜਿਹੜੇ ਕੈਨੇਡੀਅਨ ਬਲੱਡ ਸਰਵਿਸਿਜ਼ ਆ ਉਹ ਸੈਪਰੇਟ ਹੈ ਨਾ, ਪਰ ਮੈਂਸ਼ਨ ਕਰ ਸਕਦੇ ਆ ਕਿ ਉਹ ਇਨਸਪਾਇਰ ਕਿੱਥੋਂ ਹੋਏ ਆ, ਹਾਂਜੀ ਹਾਂਜੀ, ਵੀ ਉਹ ਕਿਉਂ ਦੇਣਾ ਚਾਹੁੰਦੇ, ਉਹਨਾਂ ਦੇ ਦਿਲ 'ਚ ਭਾਵਨਾ ਕੀ ਹੈਗੀ ਆ। ਸੋ ਕਿਸੇ ਵੀ ਕੰਟਰੀ 'ਚ ਉਹ ਦੇ ਸਕਦੇ ਆ, ਪਰ ਉਹਨਾਂ ਦੀ ਭਾਵਨਾ ਕੀ ਆ, ਇਹਨਾਂ ਦਿਨਾਂ 'ਚ ਦੇਣ ਤੋਂ ਇਹ ਮਤਲਬ ਹੋਊਗਾ ਕਿ ਵਾਕਿਆ ਹੀ ਉਹ ਦਿਲੋਂ ਹੀ ਦੇਣਾ ਚਾਹੁੰਦੇ ਹੈਗੇ ਆ। ਸੋ ਉਹਨਾਂ ਨੂੰ ਜਿਹੜੀ ਮੋਟੀਵੇਸ਼ਨ ਆ ਉਹ ਸਿੱਖ ਨੇਸ਼ਨ ਤੋਂ ਮਿਲੀ ਆ, ਉਹ ਕਿਸੇ ਵੀ ਮੁਲਕ 'ਚ ਆ ਖੂਨਦਾਨ ਦੇ ਦੋ, ਕਿਸੇ ਦੀ ਵੀ ਜਾਨ ਬਚ ਸਕਦੀ ਹੈ। ਹਾਂਜੀ ਹਾਂਜੀ। ਤੇ ਭੈਣ ਜੀ ਹੁਣ ਜਿਹੜੀਆਂ ਸਰੀ ਦੇ ਵਿੱਚ ਵਾਪਸ ਵੀ ਪਹਿਲਾਂ ਤਾਂ ਹੋ ਚੁੱਕਿਆ ਇੱਕ ਵਾਰੀ ਹੈ ਨਾ, ਤੇ ਹੁਣ ਵਾਪਸ ਵੀ ਕੋਈ ਤਰੀਕਾਂ ਹੈਗੀਆਂ, ਕਿਹੜੀਆਂ ਤਰੀਕਾਂ ਨੂੰ, ਕਿਹੜੀਆਂ ਡੇਟਸ ਆ, ਕਦੋਂ ਵੈਨਕੂਵਰ, ਸਰੀ ਜਾਂ ਐਬਸਫੋਰਡ ਦੀਆਂ ਤੁਸੀਂ ਤਰੀਕਾਂ ਦੱਸੋ, ਤੇ ਕਿਹੜੀ ਜਗ੍ਹਾ ਤੇ ਹੋਣਾ ਹੈਗਾ, ਤੁਸੀਂ ਇਹਦੇ ਬਾਰੇ ਦੱਸ ਸਕਦੇ ਹੋ ਜੀ ਸਾਨੂੰ? ਹਾਂਜੀ ਭੈਣ ਜੀ, ਐਬਸਫੋਰਡ ਦੇ ਵਿੱਚ ਹੁਣ 14 ਤੇ 15 ਨੂੰ ਹੋਣਾ, ਤੇ ਉਸੇ ਦਿਨ ਹੀ ਆਪਣੇ ਕੈਮਲੂਪਸ ਦੇ ਵਿੱਚ ਹੋਣਾ, ਤੇ ਉਸ ਤੋਂ ਬਾਅਦ 21 ਤਰੀਕ ਨੂੰ ਵੈਨਕੂਵਰ ਦੇ ਵਿੱਚ, ਤੇ ਨਾਲੇ ਕਲੋਨਾ ਦੇ ਵਿੱਚ ਹੋਣਾ ਜੀ। ਤੇ ਵੈਨਕੂਵਰ ਦੀ ਜਦੋਂ ਅਸੀਂ ਗੱਲ ਕਰਦੇ ਆ ਜਾਂ ਸਰੀ ਦੀ ਕੀਤੀ ਆ, ਕਿ ਐਤਕੀ ਪਹਿਲਾਂ ਨਾਲੋਂ ਕੋਈ ਫਰਕ ਤਾਂ ਨਹੀਂ ਪਿਆ ਵੀ ਲੋਕਾਂ ਦੇ ਆਉਣ ਦਾ, ਬਲੱਡ ਡੋਨੇਟ ਕਰਨ ਦਾ? ਕੋਵਿਡ ਕਰਕੇ ਲੋਕੀ ਪਹਿਲਾਂ ਵਾਂਗ ਹੀ ਵਲੰਟੀਅਰ ਆਏ ਸੀ? ਭੈਣ ਜੀ ਵਲੰਟੀਅਰ ਵੀ ਆਏ ਸੀ, ਤੇ ਡੋਨਰ ਕਿਵੇਂ ਪਹਿਲਾਂ ਵਾਂਗ ਹੀ ਆਏ ਸੀ? ਡੋਨਰ ਵੀ ਉਵੇਂ ਹਮਾ ਕੇ ਆਪਦੀਆਂ ਅਪਾਇੰਟਮੈਂਟਾਂ ਬਣਾ ਰਹੇ ਆ। ਜਦੋਂ ਫੋਨ ਕੀਤੇ ਵਲੰਟੀਅਰਸ ਨੇ, ਸਾਰਿਆਂ ਨੂੰ ਐਕਚੁਅਲੀ ਫੋਨ ਕੀਤੇ ਡੋਨਰਸ ਨੂੰ ਜੀ, ਉਹ ਐ ਅਪਾਇੰਟਮੈਂਟਸ ਬਣਾ ਰਹੇ ਆ ਜਿਵੇਂ ਪਹਿਲਾਂ ਬਣਦੀਆਂ ਸੀਗੀਆਂ, ਜਿਵੇਂ ਪਹਿਲਾਂ ਆਉਂਦੇ ਸੀ ਹੁਣ, ਪਰ ਉਹ ਅਪਾਇੰਟਮੈਂਟ ਬਣਾ ਲੈਂਦੇ ਆ। ਜਿਹੜੇ ਦਿਨ ਰੱਖੇ ਹੋਏ ਸੀ ਕੈਨੇਡੀਅਨ ਬਲੱਡ ਸਰਵਿਸਿਜ਼ ਵੱਲੋਂ, ਉਹ ਪੂਰੇ ਦੇ ਪੂਰੇ ਪਹਿਲਾਂ ਹੀ ਬੁੱਕ ਹੋ ਜਾਂਦੇ ਆ।
ਹਾਂਜੀ ਵੀ ਸੋ ਇੰਨਾ ਜ਼ਿਆਦਾ ਐਬਸਫੋਰਡ ਦੇ ਵਿੱਚ ਸੇਮ ਹੀ ਨੰਬਰ ਆ 7783094784 ਸੋ 7783094784 ਹਾਂਜੀ। ਇਹਦੇ ਤੇ ਅਪਾਇੰਟਮੈਂਟ ਬੁੱਕ ਕੀਤੀ ਜਾ ਸਕਦੀ ਹੈ। ਕੋਈ ਸਰੀ ਤੋਂ ਵੀ ਜਾਣਾ ਚਾਹੁੰਦਾ ਐਬਸਫੋਰਡ ਚ ਜਾ ਕੇ ਕਰ ਸਕਦਾ ਹੈ। ਹਾਂਜੀ ਕੋਈ ਵੀ ਜਾ ਸਕਦਾ, ਮਤਲਬ ਅਪਾਇੰਟਮੈਂਟ ਬਣਾਉਣੀ ਪੈਣੀ ਆ ਫਿਰ ਅਪਾਇੰਟਮੈਂਟਸ ਬਣਾ ਕੇ ਜਾ ਸਕਦਾ ਹੈਗਾ ਹਾਂਜੀ, ਜੀ। ਤੇ ਨੰਬਰ ਤੁਸੀਂ ਇੱਕ ਵਾਰੀ ਵੈਬਸਾਈਟ ਨੰਬਰ ਜਾਂ ਕੋਈ ਕਿਸੇ ਨੂੰ ਇਨਫੋਰਮੇਸ਼ਨ ਚਾਹੀਦੀ ਹੈ ਉਹ ਵੀ ਜਰੂਰ ਸਾਨੂੰ ਦੱਸੋ। ਹਾਂਜੀ ਆਪਣਾ sikhnation.net ਤੇ ਜਾ ਕੇ ਜਦੋਂ ਦੇਖਣਗੇ ਉਹ ਸਾਰੀ ਇਨਫੋਰਮੇਸ਼ਨ ਉੱਥੋਂ ਮਿਲ ਜੂਗੀ। ਤੇ ਇਹ ਨੰਬਰ ਜਿਹੜਾ ਆਪਣਾ ਸਪੈਸ਼ਲ BC ਵਾਸਤੇ ਹੈਗਾ 7783094784 ਜੀ। ਹਾਂਜੀ। ਤੇ ਭੈਣ ਜੀ ਜਦੋਂ ਅਸੀਂ ਗੱਲ ਕਰਦੇ ਆ ਡੋਨਰਸ ਦੀ ਤੇ ਡੋਨਰ ਕਾਫੀ ਆ ਰਹੇ ਹੈਗੇ, ਐਜੂਕੇਟ ਕੀਤਾ ਜਾ ਰਿਹਾ। ਜੇ ਮੈਂ ਗੱਲ ਕਰਾਂ ਤੇ ਕਈ ਵਾਰੀ ਇੰਜ ਹੁੰਦਾ ਕਿ ਲੋਕਾਂ ਨੂੰ ਪਤਾ ਨਹੀਂ ਹੁੰਦਾ। ਹੁਣ ਤਾਂ ਬਹੁਤ ਐਜੂਕੇਸ਼ਨ ਆ ਲੋਕਾਂ ਦੇ ਵਿੱਚ, ਬੱਚੇ ਪੜ੍ਹੇ ਲਿਖੇ ਮਾਂ-ਬਾਪ ਨੂੰ ਸਮਝਾ ਦਿੰਦੇ ਆ। ਪਰ ਜਦੋਂ ਅਸੀਂ ਵੈਸੇ ਗੱਲ ਕਰਦੇ ਆ, ਜਦੋਂ ਬਲੱਡ ਡੋਨੇਸ਼ਨ ਦੀ ਗੱਲ ਆ ਜਾਂਦੀ ਹੈ ਨਾ, ਤੇ ਕਿਤੇ ਨਾ ਕਿਤੇ ਲੋਕੀ ਸੋਚ ਲੈਂਦੇ ਆ ਕਿ ਮੇਰੇ 'ਚ ਤਾਂ ਕਮਜ਼ੋਰੀ ਆ ਜਾਣੀ ਜੇ ਮੈਂ ਖੂਨ ਕਢਾ ਦਿੱਤਾ। ਸੋ ਥੋੜਾ ਜਿਹਾ ਦੱਸੋ ਕਿ ਤੁਸੀਂ ਇੰਜ ਉੱਥੇ ਲੋਕਾਂ ਨੂੰ ਦੱਸਦੇ ਹੋ, ਕੁਝ ਸਮਝਾਉਂਦੇ ਹੋ, ਜਾਂ ਜੇ ਕੋਈ ਆ ਕੇ ਤੁਹਾਨੂੰ ਸਵਾਲ ਕਰਦਾ ਤੇ ਤੁਸੀਂ ਉਹਨਾਂ ਨੂੰ ਸਾਰਾ ਦੱਸਦੇ ਹੋ? ਐਕਚੁਅਲੀ ਭੈਣ ਜੀ ਆਪਾਂ ਦੇਖੀਏ ਜਾਂ ਮੈਨੂੰ ਮੈਡੀਕਲ ਵੇ ਨਾਲ ਤਾਂ ਨਹੀਂ ਪਤਾ ਹੈਗਾ, ਪਰ ਜੇ ਉੱਥੇ ਜਦੋਂ ਮੈਂ ਆਪ ਡੋਨੇਟ ਕਰਨ ਜਾਂਦੀ ਆ ਨਾ, ਅਬਾਊਟ ਹੁਣ ਜਦੋਂ ਦਾ ਕੋਵਿਡ ਸਟਾਰਟ ਹੋਇਆ ਮੈਂ ਮਾਰਚ ਤੋਂ ਲੈ ਕੇ ਹੁਣ ਤੱਕ ਅਬਾਊਟ 3 ਵਾਰੀ ਮੈਂ ਦੇ ਚੁੱਕੀ ਹੋਈ ਆ ਬਲੱਡ। ਹਾਂਜੀ। ਤੇ ਇਸ ਤਰ੍ਹਾਂ ਹੀ ਸਾਰੇ ਵਲੰਟੀਅਰ 2-2 3-3 ਵਾਰੀ ਸਾਰੇ ਦੇ ਆਏ ਹੋਏ ਆ। ਉੱਥੇ ਸਕਰੀਨਿੰਗ ਦੇ ਵਿੱਚ ਉੱਥੇ ਲਿਖਿਆ ਹੁੰਦਾ ਵੀ ਜਿਹੜੀਆਂ ਮਤਲਬ 56 ਦਿਨਾਂ ਬਾਅਦ ਬਲੱਡ ਡੋਨੇਟ ਕਰ ਸਕਦੇ ਹੋ ਤੁਸੀਂ। ਉਹ ਤੁਹਾਡਾ ਨਵਾਂ ਬਲੱਡ ਬਣ ਜਾਂਦਾ, ਉਹ ਪਹਿਲੇ ਜਿਹੜੇ ਬਲੱਡ ਦੇ ਸੈੱਲ ਹੁੰਦੇ ਉਹ ਮਰ ਜਾਂਦੇ ਆ। ਪਰ ਕਿਉਂਕਿ ਲੇਡੀਜ਼ ਦੇ ਵਿੱਚ ਆਇਰਨ ਦੀ ਘਾਟ ਹੋਣ ਕਰਕੇ ਹੁਣ ਉਹਨਾਂ ਨੇ ਉਹ ਲੇਡੀਜ਼ ਵਾਸਤੇ ਦਿਨ ਥੋੜੇ ਜਿਹੇ ਹੋਰ ਵਧਾਤੇ, ਉਹ 84 ਦਿਨ ਕਰਤੇ ਹੁਣ ਜੀ। ਤੇ ਮੈਂ ਤਾਂ ਹੁਣ ਤੁਹਾਡੇ ਸਾਹਮਣੇ ਬੈਠੀ ਆ ਵੀ ਕੋਈ ਇਹੋ ਜੀ ਕਮਜ਼ੋਰੀ ਨਹੀਂ ਆਉਂਦੀ, ਕੋਈ ਕੁਛ ਨਹੀਂ। ਮਤਲਬ ਇੱਕ ਆਪਣਾ ਨਾ ਜਿਹੜੇ ਆਪਾਂ ਉੱਥੋਂ ਆਉਂਦੇ ਆ, ਇਹ ਮਨ ਦੇ ਵਿੱਚ ਡਰ ਹੁੰਦਾ ਬਸ ਵੀ ਮੇਰਾ ਬਲੱਡ ਤਾਂ ਹੈ ਹੀ ਨਹੀਂ ਮੇਰੇ ਵਿੱਚ, ਤਾਂ ਕਿੱਥੋਂ ਚਲਾ ਜਾਊਗਾ। ਪਰ ਇਨ ਨੇਚਰ ਵੱਲੋਂ ਉਹ ਬਲੱਡ ਨੇ ਖਤਮ ਹੋ ਜਾਣਾ, ਨਵਾਂ ਬਲੱਡ ਬਣ ਜਾਣਾ। ਪਰ ਬੈਟਰ ਹੈਗਾ ਵੀ ਆਪਾਂ ਉਹੀ ਬਲੱਡ ਦੇ ਕੇ 3 ਜਣਿਆਂ ਦੀ ਜਾਨ ਬਚਾਈਏ। ਹਾਂਜੀ। ਤੇ ਨਾਲੇ ਆਪਦੇ ਆਪ ਨੂੰ ਤੁਹਾਨੂੰ ਕਿੰਨੀ ਖੁਸ਼ੀ ਹੁੰਦੀ ਆ ਜੀ। ਤੇ ਬਿਲਕੁਲ ਜੀ, ਬੜਾ ਪ੍ਰਾਊਡ ਵੀ ਫੀਲ ਹੁੰਦਾ, ਬੜਾ ਮਾਣ ਮਹਿਸੂਸ ਹੁੰਦਾ ਕਿ ਜੇ 84 ਦੇ ਵਿੱਚ ਕਤਲੇਆਮ ਹੋਇਆ ਸੀ, 84 ਦੇ ਵਿੱਚ ਸਾਡੇ ਨਾਕਾਸ਼ ਹੋਇਆ ਸੀ, ਅਸੀਂ ਉਹਨੂੰ ਯਾਦ ਕਰਨ ਦਾ ਇੱਕ ਵੱਖਰਾ ਤਰੀਕਾ, ਇੱਕ ਵਿਲੱਖਣ ਜਿਹਾ ਤਰੀਕਾ ਅਪਣਾ ਲਿਆ ਕਿ ਜਿਹਦੇ ਨਾਲ ਅਸੀਂ ਸਾਡੇ ਨਾਲ ਬੇਸ਼ੱਕ ਧੱਕਾ ਹੋਇਆ ਸੀ, ਕਤਲੇਆਮ ਹੋਇਆ ਸੀ, ਪਰ ਅਸੀਂ ਅੱਜ ਵੀ ਸਾਡੀ ਸੋਚ ਇੰਨੀ ਉੱਚੀ ਆ ਕਿ ਅਸੀਂ ਅੱਜ ਵੀ ਦੂਜੇ ਦੀ ਜਾਨ ਬਚਾਉਣ ਬਾਰੇ ਸੋਚ ਰਹੇ ਹੈਗੇ ਆ। ਹਾਂਜੀ। ਤੇ ਬਹੁਤ ਵਧੀਆ ਕਾਰਜ ਹੈਗਾ। ਤੁਸੀਂ 22 ਸਾਲ ਤੋਂ ਜੁੜੇ ਹੋ ਇਸ ਦੇ ਵਿੱਚ। ਕੀ ਆਪਣੇ ਵੱਲੋਂ ਤੁਸੀਂ ਇੱਕ ਪੋਜ਼ਿਟਿਵ ਮੈਸੇਜ ਸਾਡੀ ਨਿਊ ਜਨਰੇਸ਼ਨ ਨੂੰ, ਸਾਡੀਆਂ ਭੈਣਾਂ ਨੂੰ, ਸਾਡੇ ਪਰਿਵਾਰਾਂ ਨੂੰ ਕੀ ਦੇਣਾ ਚਾਹੁੰਦੇ ਹੋ ਆਪਣੇ ਵੱਲੋਂ? ਇਹ ਭੈਣ ਜੀ ਮੇਨ ਚੀਜ਼ ਤਾਂ ਇਹ ਹੈ, ਜਿਹੜਾ ਆਪਾਂ ਬਲੱਡ ਡੋਨੇਟ ਕਰਦੇ ਆ ਨਾ, ਇਹ ਤਾਂ ਬਹੁਤ ਥੋੜਾ ਜਿਹਾ ਛੋਟਾ ਜਿਹਾ ਪਾਰਟ ਹੈ। ਇਹਦੇ ਨਾਲ ਆਪਾਂ ਮਤਲਬ ਜਾਨਾਂ ਸੇਵ ਕਰਦੇ ਆ। ਪਰ ਜਿਹੜਾ ਮੇਨ ਆਪਣਾ ਹੈਗਾ ਵੀ ਆਪਣੇ ਨਾਲ ਹੋਇਆ ਕੀ 1984 ਦੇ ਵਿੱਚ ਆਪਣੀਆਂ ਮਾਵਾਂ ਭੈਣਾਂ ਨੂੰ ਰੇਪ ਕੀਤਾ ਗਿਆ, ਵੀਰਾਂ ਨੂੰ ਸਾੜਿਆ ਗਿਆ ਹੈ ਨਾ, ਉਹ ਜਿਹੜੀ ਉਹਦੀ ਅਵੇਅਰਨੈਸ ਹੈ, ਇਹ ਆਪਾਂ ਕਰਦੇ ਕਰਦੇ ਨਾਲ ਆਪਾਂ ਜਿਵੇਂ ਹੁੰਦਾ ਨਾ ਵੀ ਨਾਲ ਆਪਾਂ ਜਾਨਾਂ ਸੇਵ ਕਰੀ ਜਾਂਦੇ ਆ, ਨਾਲ ਉਹਦੀ ਆਪਾਂ ਗੱਲਾਂ ਕਰਦੇ ਆ। ਆਪਣੇ ਗੱਲ ਆਪਾਂ ਕਰਾਂਗੇ ਤਾਂ ਉਦੋਂ ਬਾਅਦ ਆਪਣੇ ਬੱਚੇ ਕਰਨਗੇ। ਤੁਸੀਂ ਕੋਈ ਮਾਫ ਕਰਨਾ ਤੁਹਾਡੀ ਵਿੱਚੋਂ ਗੱਲ ਕੱਟ ਰਹੀ ਹਾਂ, ਤੁਸੀਂ ਕੋਈ ਬਰੋਸ਼ਰਸ, ਕੋਈ ਇਨਫੋਰਮੇਸ਼ਨ, ਕੋਈ ਇਹੋ ਜਿਹਾ ਬੱਚਿਆਂ ਨੂੰ ਉੱਥੇ ਗਿਆਨ ਨੂੰ ਦਿੰਦੇ ਹੋ ਪੜ੍ਹਨ ਲਈ ਕਿ ਜਿਹਦੇ ਵਿੱਚ 84 ਦੇ ਕਤਲੇਆਮ ਦੀ ਦੱਸਿਆ ਹੋਵੇ ਕਿ ਆਖਰ ਕੀ ਹੋਇਆ ਸੀ ਸਾਡੇ ਨਾਲ, ਕਿ ਜਾਂ ਤੁਸੀਂ ਉੱਥੇ ਗਿਆਨ ਨੂੰ ਦੱਸਦੇ ਹੋ? ਉੱਥੇ ਗਿਆਨ ਨੂੰ ਨਹੀਂ ਭੈਣ ਜੀ, ਉਂਝ 1 to 1 ਜਿਵੇਂ ਆਪਣੇ ਲੇਡੀਜ਼ ਵੀ ਹੁੰਦੀਆਂ ਜਾਂ ਵੀਰ ਜੀ ਹੋਣੀ ਹੁੰਦੇ ਆ, ਉਹ ਸਾਰੇ ਇੱਕ ਦੂਜੇ ਉਹਨਾਂ ਦੇ ਜਿਹੜੇ ਕਿ ਡੋਨਰ ਹੁੰਦੇ ਆ ਪਰਸਨਲੀ ਉਹਨਾਂ ਦੇ ਨਾਲ ਗੱਲਾਂ ਕਰਦੇ ਆ। ਪਰ ਬੱਚਿਆਂ ਨੂੰ ਜਿਹੜੇ ਕੋਈ ਜਿਵੇਂ ਆਪਾਂ ਵਲੰਟੀਅਰ ਦੀ ਮੀਟਿੰਗਸ ਹੁੰਦੀਆਂ ਉਹਦੇ ਵਿੱਚ ਉਹ ਬੱਚੇ ਹੀ ਡਿਸਕਸ ਕਰਦੇ ਆ। ਪਹਿਲਾਂ ਸਾਰਾ ਇਹੀ ਡਿਸਕਸ ਕਰਦੇ ਵੀ ਹੋਇਆ ਕੀ ਸੀ, ਆਪਾਂ ਕਿਉਂ ਡੋਨੇਟ ਕਰਦੇ ਆ ਬਲੱਡ, ਉਹਦੇ ਥਰੂ ਬੱਚਿਆਂ ਨੂੰ ਬਹੁਤ ਜ਼ਿਆਦਾ ਜਾਣਕਾਰੀ ਹੁੰਦੀ ਆ। ਹਾਂਜੀ ਜੀ। ਤੇ ਬਲਵੀਰ, ਬੜਾ ਚੰਗਾ ਕੰਮ ਆ ਜਦੋਂ ਆਪਾਂ ਸੋਚਦੇ ਆ ਕਿ ਤੁਸੀਂ ਤਾਂ ਪਿਛਲੇ ਸਾਲ ਕਰਕੇ ਆਏ ਆ ਹੈਗੇ ਬਲੱਡ ਡੋਨੇਸ਼ਨ। ਬੜੇ ਲੰਬੇ ਸਮੇਂ ਤੋਂ ਲੋਕੀ ਜਾ ਰਹੇ ਹੈਗੇ, ਕਈ 22 ਸਾਲ ਤੋਂ ਜੁੜੇ ਹੋਏ ਹੈਗੇ ਆ। ਤੁਸੀਂ ਵੈਸੇ ਇਹਦੀ ਏਜ ਹੈਗੀ ਆ 17 ਸਾਲ ਤੋਂ ਬੱਚੇ ਬਲੱਡ ਡੋਨੇਟ ਕਰ ਸਕਦੇ ਆ। ਸੋ ਐਵਰੀ 6 ਮੰਥ ਤੁਸੀਂ ਬਲੱਡ ਦੇ ਸਕਦੇ ਆ। ਉਹ ਸਵਾਲ ਮੈਂ ਪੁੱਛਣਾ ਸੀ, ਜਿਵੇਂ ਹੁਣ ਆਪਾਂ ਇਹ ਸਾਲਾਨਾ ਪ੍ਰੋਗਰਾਮ ਆ ਹਨਾ, ਆਪਾਂ ਅਕਤੂਬਰ ਨਵੰਬਰ ਦੇ ਵਿੱਚ ਕਰਦੇ ਆ। ਜੇ ਆਪਾਂ ਰੈਗੂਲਰ ਉਦਾਂ ਬਲੱਡ ਡੋਨੇਟ ਕਰਨਾ ਹੈ, ਲਾਈਕ ਐਵਰੀ 6 ਮੰਥ ਤੁਸੀਂ ਬਲੱਡ ਡੋਨੇਟ ਕਰ ਸਕਦੇ ਆ, ਸੋ ਫਿਰ ਕੀ ਕਰਨਾ ਚਾਹੀਦਾ ਹੈ? ਐਕਚੁਅਲੀ ਭੈਣ ਜੀ ਜਦੋਂ ਦੀ ਇਹ ਕੈਂਪੇਨ ਸ਼ੁਰੂ ਹੋਈ ਹੈ ਨਾ, ਤੁਸੀਂ ਆਪਣੇ ਜਿਹੜੇ ਵੀਰ ਭੈਣ ਆ ਉਹ ਰੈਗੂਲਰ ਡੋਨਰ ਬਣ ਗਏ। ਹਾਂਜੀ।
ਉਹ ਕੰਪੇਨ ਸ਼ੁਰੂ ਹੋਣ ਤੋਂ ਪਹਿਲਾਂ ਹੀ 8-900 ਜਿਹੜੇ ਡੋਨੇਸ਼ਨਸ ਹੋ ਚੁੱਕੀਆਂ ਹੁੰਦੀਆਂ ਪਹਿਲਾਂ ਹੀ। ਹਾਂਜੀ, ਇਸ ਲਈ ਜਦੋਂ ਵੀ ਤੁਸੀਂ ਚਾਹੁੰਦੇ ਹੋ, ਚਾਹੇ ਤੁਸੀਂ ਸਾਲ ਬਾਅਦ ਚਾਹੁੰਦੇ ਹੋ, ਚਾਹੇ ਤੁਸੀਂ ਜਿਵੇਂ ਉਹਨਾਂ ਨੇ ਦਿਨ ਦੱਸੇ ਹੋਏ 55 ਦਿਨਾਂ ਬਾਅਦ, 84 ਦਿਨਾਂ ਬਾਅਦ ਜਾ ਕੇ ਜਦੋਂ ਵੀ ਮਰਜ਼ੀ ਦੇ ਸਕਦੇ ਹੋ ਤੁਸੀਂ blood। ਅੱਛਾ ਭੈਣ ਜੀ, ਇੱਕ ਹੋਰ ਤੁਹਾਨੂੰ ਮੈਂ ਸਵਾਲ ਕਰਨਾ ਚਾਹੁੰਦੀ ਆ। ਡੋਨਰ ਤੇ ਆਉਂਦੇ ਹੈਗੇ ਆ ਬਲੱਡ ਡੋਨੇਸ਼ਨ ਦੇਣ ਦੇ, ਬਲੱਡ ਡੋਨੇਟ ਕਰਨ ਦੇ ਲਈ, ਪਰ ਇਸ ਕੈਂਪੇਨ ਨੂੰ ਆਰਗੇਨਾਈਜ਼ ਕਰਨ ਦੇ ਲਈ ਬਾਕੀ ਹੋਰ ਬਹੁਤ ਸਾਰੇ ਖਰਚੇ ਹੁੰਦੇ ਆ, ਬਹੁਤ ਕੁਝ ਹੁੰਦਾ ਆ। ਸੋ ਇਹ ਸਾਰਾ ਕੌਣ ਮੈਨੇਜ ਕਰਦਾ? ਕਿ ਤੁਹਾਨੂੰ ਸਪਾਂਸਰਸ ਮਿਲਦੇ ਹੈਗੇ, ਕਿ ਜਾਂ ਕਈ ਲੋਕ ਆ ਜਿਹੜੇ ਜਿਨ੍ਹਾਂ ਦੀ ਹੈਲਥ ਚੰਗੀ ਨਹੀਂ ਗੀ, ਜਿਹੜੇ ਬਲੱਡ ਨਹੀਂ ਦੇ ਸਕਦੇ, ਪਰ ਉਹ ਇਸ ਮੁਹਿੰਮ ਦੇ ਵਿੱਚ ਤੁਹਾਡਾ ਸਾਥ ਦੇਣਾ ਚਾਹੁੰਦੇ ਆ, ਆਪਣਾ ਕੋਈ, ਜੇ ਉਹ ਬਲੱਡ ਦਾ ਦਸਵੰਧ ਨਹੀਂ ਕੱਢਣਾ ਚਾਹੁੰਦੇ, ਉਹ ਉੱਦਾਂ ਕੁਝ ਆਪਣਾ ਕਰਨਾ ਚਾਹੁੰਦੇ ਆ, ਸੋ ਇਸ ਤਰ੍ਹਾਂ ਵੀ ਉਹ ਕਿਸੇ ਤਰ੍ਹਾਂ ਮਦਦ ਕਰ ਸਕਦੇ ਹੈਗੇ ਆ? ਭੈਣ ਜੀ, ਇਹ ਨਾ ਆਪਣੀ ਜਿਹੜੀ ਫਾਈਨੈਂਸ਼ੀਅਲ ਹੈਗਾ, ਇਹ ਜਿੰਨੇ ਵੀ ਵਲੰਟੀਅਰ ਹੈਗੇ ਆ ਉਹ ਆਪਦੀਆਂ ਪਾਕਟਾਂ ਚੋਂ ਹੀ ਡਾਲਰ ਕੱਢ ਕੇ ਤੇ ਜਿੰਨਾ ਕਿ ਉਹਨਾਂ ਦੇ ਮਤਲਬ ਰਿਸੋਰਸਿਸ ਇਕੱਠੇ ਹੁੰਦੇ ਆ, ਉਸੇ ਹਿਸਾਬ ਨਾਲ ਹੀ ਫਿਰ ਉਹ ਕੰਪੇਨ ਦੇ ਖਰਚੇ ਵਿੱਢੇ ਜਾਂਦੇ ਆ। ਪਰ ਜੇ ਕੋਈ ਚਾਹਵੇ, ਕਈ ਇਦਾਂ ਦੇ ਲੋਕ ਹੁੰਦੇ ਆ ਕਿ ਉਹਨਾਂ ਦੀ ਸਿਹਤ ਠੀਕ ਨਹੀਂ, ਉਹ ਖੂਨ ਨਹੀਂ ਦਾਨ ਕਰ ਸਕਦੇ, ਪਰ ਉਹਨਾਂ ਦੇ ਦਿਲ 'ਚ ਭਾਵਨਾ ਆ, ਦਿਲ ਦੇ ਵਿੱਚ ਉਹ ਦੁੱਖ ਆ, ਉਹ ਯਾਦ ਕਰਦੇ ਆ ਉਹਨਾਂ ਦਿਨਾਂ ਦੇ ਵਿੱਚ, ਤੇ ਉਹ ਆਪਣਾ ਕੋਈ ਦਸਵੰਧ ਕੱਢਣਾ ਚਾਹੁੰਦੇ, ਇਦਾਂ ਉਹ ਕਰ ਸਕਦੇ ਆ ਕੁਝ? ਇਹ ਆਪਾਂ ਨੇ ਸ਼ੁਰੂ ਤੋਂ ਹੀ ਇਹ ਮਤਲਬ ਜਿਹੜਾ ਕੋਈ 3 ਸਾਲ ਵਲੰਟੀਅਰ ਕਰ ਲੈਂਦਾ ਨਾ, ਫਿਰ ਉਹਦੀ ਆਪਦੀ ਮਰਜ਼ੀ ਹੈਗੀ ਆ ਵੀ ਉਹ ਜੇ ਕੋਈ ਡੋਨੇਟ ਕਰਨਾ ਆਪਣੇ ਵਿੱਚ ਕੰਪੇਨ ਦੇ ਹਿੱਸਾ ਪਾਉਣਾ ਚਾਹੁੰਦੇ, ਉਹ ਪਾ ਸਕਦੇ ਆ। ਪਰ ਜਿਹੜਾ ਮੇਨ ਪਰਪਸ ਹੈਗਾ, ਜਿਵੇਂ ਆਪਾਂ ਗੱਲ ਕਰਦੇ ਸੀ ਵੀ ਬਲੱਡ ਡੋਨੇਟ ਕਰਨਾ ਨਹੀਂ ਪਰਪਸ ਹੈਗਾ, ਜਦੋਂ ਭਾਵਨਾ ਉਹਨਾਂ ਦੇ ਮਨ 'ਚ ਹੈਗੀ ਆ, ਉਹ ਇੱਕ ਦੂਜੇ ਦੇ ਭੈਣ ਭਰਾ ਦੇ ਨਾਲ ਗੱਲ ਕਰਕੇ ਉਹਨਾਂ ਨੂੰ ਦੱਸ ਸਕਦੇ ਆ ਵੀ ਆਪਣੇ 1984 ਚ ਕੀ ਹੋਇਆ, ਵੀ ਆਪਣੀ ਸਿੱਖ ਕੌਮ ਵੱਲੋਂ ਕੰਪੇਨ ਸ਼ੁਰੂ ਹੋ ਰਹੀ ਹੈ, ਤੁਸੀਂ ਇਹਦੇ 'ਚ ਹਿੱਸਾ ਲਓ, ਹਨਾ। ਉਹੀ ਉਹਨਾਂ ਦਾ ਵਲੰਟੀਅਰ ਆ। ਕੀ ਬਾਤ ਹੈ। ਹਾਂਜੀ, ਜਿਹੜਾ ਡੋਨਰ ਆ ਉਹ ਡੋਨੇਟ ਕਰਕੇ ਵਲੰਟੀਅਰ ਕਰ ਰਿਹਾ, ਦੂਜਾ ਜਿਹੜਾ ਘਰੇ ਬੈਠਾ ਹੈ ਜਾਂ ਬੱਚੇ ਜਿਹੜੇ ਸੋਸ਼ਲ ਮੀਡੀਆ ਤੇ ਹੈਗੇ ਆ, ਹਨਾ, ਉਹ ਜਦੋਂ ਸੋਸ਼ਲ ਮੀਡੀਆ ਦੇ ਥਰੂ ਇਹ ਗੱਲ ਪਹੁੰਚਾਉਂਦੇ ਆ ਤੇ ਦੇਖ ਲਓ ਕਿੰਨਿਆਂ ਨੂੰ ਚਲੀ ਜਾਂਦੀ ਹੈ। ਜੀ ਬਿਲਕੁਲ, ਬਹੁਤ ਵਧੀਆ ਜੀ, ਬੜਾ ਵਧੀਆ ਕੰਮ ਕਰ ਰਹੀ ਹੈਗੀ ਆ ਇਹ ਸੰਸਥਾ, ਔਰ ਅਸੀਂ ਪ੍ਰਾਊਡ ਫੀਲ ਕਰਦੇ ਆ ਕਿ ਅਸੀਂ ਇਸ ਕਹਿ ਲਓ ਕਿ ਮੁਹਿੰਮ ਦੇ ਵਿੱਚ ਤੁਹਾਡੇ ਨਾਲ ਕੁਝ ਆਪਣਾ ਦਸਵੰਧ ਟਾਈਮ ਦਾ ਪਾਉਂਦੇ ਆ ਤੇ ਕੁਝ ਅਸੀਂ ਅਵੇਅਰਨੈਸ ਲੋਕਾਂ ਤੱਕ ਲੈ ਕੇ ਆਉਂਦੇ ਆ। ਥੈਂਕ ਯੂ ਭੈਣ ਜੀ, ਤੁਸੀਂ ਸਟੂਡੀਓ 'ਚ ਆਏ, ਤੁਸੀਂ ਬਹੁਤ ਵਧੀਆ ਕੰਮ ਦੀਆਂ ਗੱਲਾਂ ਦੱਸੀਆਂ। ਸੋ ਇੱਕ ਵਾਰੀ ਫਿਰ ਸਾਨੂੰ ਐਬਸਪੋਰਟ ਦੀਆਂ ਡੇਟਾਂ ਦੱਸ ਦਿਓ ਤੇ ਨੰਬਰ ਦੱਸ ਦਿਓ, ਕਿਹੜੇ ਨੰਬਰ ਤੇ ਫੋਨ ਕਰਕੇ ਅਪਾਇੰਟਮੈਂਟ ਲਈ ਜਾ ਸਕਦੀ ਹੈ? ਹਾਂਜੀ ਭੈਣ ਜੀ, ਇੱਕ ਨਾ ਮੈਂ ਗੱਲ ਕਲੀਅਰ ਕਰਨੀ, ਜਿਵੇਂ ਤੁਸੀਂ ਕਹਿੰਦੇ ਨਾ ਸੰਸਥਾ ਹੈ ਨਾ, ਜੀ ਸੌਰੀ, ਇਹ ਆਪਾਂ ਸੰਸਥਾ ਨਹੀਂ ਹੈਗੀ, ਆਪਾਂ ਮਤਲਬ ਤੁਸੀਂ ਬਲਬੀਰ ਭੈਣ ਜੀ ਸਾਰੇ ਇਹ ਆਪਣਾ ਸਿੱਖ ਨੇਸ਼ਨ, ਹਾਂਜੀ ਮਤਲਬ ਸਿੱਖ ਕੌਮ, ਜਿਵੇਂ ਪੰਜਾਬੀ 'ਚ ਆਪਾਂ ਕੌਮ ਕਹਿ ਦਈਦਾ ਤੇ ਇੰਗਲਿਸ਼ ਨੇਸ਼ਨ ਕਹਿ ਦਈਦਾ। ਥੈਂਕ ਯੂ ਜੀ ਮੈਨੂੰ ਕਰੈਕਟ ਕਰਨ ਦੇ ਲਈ। ਤਾਂ ਕਈ ਵਾਰੀ ਇਦਾਂ ਹੁੰਦਾ ਨਾ ਵੀ ਅਸੀਂ ਹੁਣ ਇੱਕ ਜਦੋਂ ਇੱਕ ਗਰੁੱਪ ਕੰਮ ਕਰ ਰਿਹਾ ਹੈਗਾ, ਜਿਹੜੇ ਖਾਸ ਮੋਰੇ ਵਾਲੰਟੀਅਰ ਹੁੰਦੇ, ਸੋ ਫਿਰ ਸਾਡੇ ਉਹੀ ਹੁੰਦਾ ਵੀ ਇੱਕ ਸੰਸਥਾ ਇਹਨੂੰ ਕਰ ਰਹੀ ਹੈਗੀ ਆ ਮੈਨੇਜ, ਪਰ ਬਿਲਕੁਲ ਜੀ ਅਸੀਂ ਵੀ ਇਹਦਾ ਪਾਰਟ ਆ। ਸੋ ਇਹ ਸਿੱਖ ਨੇਸ਼ਨ ਆ, ਸੋ ਮਾਫੀ ਚਾਹੁੰਦੀ ਹਾਂ ਕਈ ਵਾਰੀ ਗੱਲਾਂ ਚ ਆਈ ਨੋ, ਬਸ ਉਹ ਜਿਹੜੇ ਸਿੱਖਾਂ ਲਈ ਤੇ ਸਿੱਖਾਂ ਵਾਸਤੇ, ਬਿਲਕੁਲ ਜੀ, ਬਿਲਕੁਲ ਸਾਡੇ ਸਾਰਿਆਂ ਲਈ, ਹਾਂਜੀ ਸਾਰਿਆਂ ਲਈ, ਇਵਨ ਮਨੁੱਖਤਾ ਦਾ ਜਿਹਦਾ ਪਤਾ ਵੀ ਨਹੀਂ ਆਪਾਂ ਨੂੰ ਵੀ ਕਿਹਦੇ ਬਲੱਡ ਲੱਗ ਜਾਣਾ। ਬਿਲਕੁਲ ਜੀ, 1.5 ਲੱਖ ਜਾਨਾਂ ਬਚਾਈਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਗਿਣਤੀ ਵਧੂਗੀ। ਕਹਿ ਲਓ ਕਿ ਜਿੰਨੇ ਹੋਰ ਡੋਨਰ ਆ ਰਹੇ ਹੈਗੇ ਆ, ਵਧੀਆ ਸਿੱਖ ਨਾਮ ਆਪਣਾ ਰੋਸ਼ਨ ਕਰ ਰਹੇ ਹੈਗੇ ਆ, ਦੁਨੀਆ ਨੂੰ ਦੱਸ ਰਹੇ ਹੈਗੇ ਕਿ ਸਾਡੇ ਨਾਲ ਕੀ ਹੋਇਆ, ਪਰ ਅਸੀਂ ਤੁਹਾਡੇ ਲਈ ਕੀ ਕਰ ਰਹੇ ਹੈਗੇ। ਸੋ ਚੰਗਾ ਸੁਨੇਹਾ। ਸੋ ਭੈਣ ਜੀ ਬਹੁਤ ਵਧੀਆ ਲੱਗਾ ਜੀ, ਔਰ ਅਸੀਂ ਜਰੂਰ 14 ਤੇ 15 ਨਵੰਬਰ ਤੁਸੀਂ ਦੱਸੀ ਹੈਗੀ ਐਬਸਫੋਰਡ ਦੇ ਵਿੱਚ ਜੀ, ਤੇ 778 309 47 84 ਤੇ ਬੁੱਕ ਕੀਤਾ ਜਾ ਸਕਦਾ ਆਪਣਾ ਸਮਾਂ। ਹਾਂਜੀ ਜੀ, ਤੇ ਟਾਈਮ ਕਿੰਨੇ ਤੋਂ ਕਿੰਨੇ ਹੈਗਾ ਭੈਣ ਜੀ? ਭੈਣ ਜੀ ਟਾਈਮ ਹੈਗਾ 10 ਵਜੇ ਤੋਂ ਲੈ ਕੇ 4:45 ਤੱਕ ਸ਼ਾਮ ਨੂੰ। ਹਾਂਜੀ ਜੀ, ਸੋ ਥੈਂਕ ਯੂ ਭੈਣ ਜੀ, ਤੁਸੀਂ ਸਮਾਂ ਦਿੱਤਾ ਸਾਨੂੰ। ਤੇ ਬਲਵੀਰ ਜੀ, ਤੁਹਾਡਾ ਵੀ ਸਮਾਂ ਸਾਨੂੰ ਬੁੱਧਵਾਰ ਦੀ ਬੁੱਧਵਾਰ ਹੀ ਮਿਲਦਾ ਹੁੰਦਾ, ਸੋ ਥੈਂਕ ਯੂ। ਅਗਲੇ ਬੁੱਧਵਾਰ ਹੁਣ ਤੁਹਾਡੇ ਨਾਲ ਜ਼ਿਆਦੀਆਂ ਗੱਲਾਂ ਕਰਾਂਗੇ ਅਸੀਂ। ਜਰੂਰ ਸੋ ਥੈਂਕ ਯੂ ਜੀ ਤੁਹਾਡਾ ਦੋਨਾਂ ਭੈਣਾਂ ਦਾ ਸਮਾਂ ਦੇਣ ਦੇ ਲਈ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਭੈਣ ਜੀ। ਸਤਿ ਸ਼੍ਰੀ ਅਕਾਲ ਜੀ। ਬਿਲਕੁਲ ਜੀ, ਬਹੁਤ ਹੀ ਵਧੀਆ ਇਨਫੋਰਮੇਸ਼ਨ ਤੇਜਿੰਦਰ ਕੌਰ ਜੀ ਤੇ ਬਲਵੀਰ ਕੌਰ ਢਿੱਲੋਂ ਭੈਣ ਜੀ ਹੁਣਾਂ ਨੇ ਸਾਡੇ ਨਾਲ ਸਾਂਝੀ ਕੀਤੀ। ਬਲੱਡ ਡੋਨੇਸ਼ਨ ਬਾਈ ਸਿੱਖ ਨੇਸ਼ਨ, ਸੋ 14 ਤੇ 15 ਤਰੀਕ ਨੂੰ ਐਬਸਫੋਰਡ ਦੇ ਵਿੱਚ ਸਵੇਰ ਦੇ 10 ਵਜੇ ਤੋਂ ਲੈ ਕੇ 4:45 ਵਜੇ ਤੱਕ ਹੋਵੇਗੀ। ਸੋ ਤੁਸੀਂ ਆਪਣਾ ਬਲੱਡ ਡੋਨੇਟ ਕਰਨਾ ਚਾਹੁੰਦੇ ਹੋ, ਸੋ ਤੁਸੀਂ ਸਿੱਖ ਨੇਸ਼ਨ ਦੇ ਇਹਨਾਂ ਨੰਬਰਾਂ ਦੇ ਉੱਤੇ 778 309 47 84 7783094784 ਤੇ ਫੋਨ ਕਰਕੇ ਤੁਸੀਂ ਆਪਣਾ
ਟਾਈਮ ਸਲੋਟ ਬੁੱਕ ਕਰ ਸਕਦੇ ਹੋ ਕਿ ਕਿੰਨੇ ਵਜੇ ਤੁਸੀਂ ਉੱਥੇ ਜਾਣਾ ਆ। ਤੇ ਜਰੂਰ ਤੁਸੀਂ 1984 84 ਦੇ ਵਿੱਚ ਕੀ ਹੋਇਆ ਸੀ ਅਸੀਂ ਆਪਣੇ ਬੱਚਿਆਂ ਨਾਲ ਆਪਣੇ ਉਹਨਾਂ ਨਾਲ ਸਾਂਝੀਆਂ ਕਰੀਏ, ਉਹਨਾਂ ਨੂੰ ਦਸੀਏ, ਮੋਟੀਵੇਟ ਕਰੀਏ, ਐਜ਼ ਅ ਵੋਲੰਟੀਅਰ ਉਹਨਾਂ ਨੂੰ ਕਹੀਏ ਕਿ ਸਿੱਖ ਨੇਸ਼ਨ ਦੇ ਨਾਲ ਜਾ ਕੇ ਜੁੜਨ। ਇਹ ਸਾਡੀ ਸਾਰਿਆਂ ਦੀ ਇਕੱਠਿਆਂ ਦੀ ਮੁਹਿੰਮ ਹੈਗੀ ਆ। ਸੋ 84 ਨੂੰ ਅਸੀਂ ਕਦੇ ਨਹੀਂ ਭੁੱਲ ਸਕਦੇ, ਪਰ ਇਸ ਨੂੰ ਯਾਦ ਕਰਨ ਦਾ ਜਿਹੜਾ ਤਰੀਕਾ 22 ਸਾਲ ਪਹਿਲਾਂ ਸਾਡੇ ਵੀਰਾਂ ਨੇ ਇੱਕ ਵੱਖਰੇ ਤਰੀਕੇ ਦੇ ਨਾਲ, ਵਿਲੱਖਣ ਤਰੀਕੇ ਦੇ ਨਾਲ ਇਹ ਜਿਹੜਾ ਅਪਣਾਇਆ ਸੀ। ਪਰ ਹੁਣ ਪੂਰੀ ਦੁਨੀਆ ਨੂੰ ਪਤਾ ਕਿ ਸਿੱਖ ਕੌਮ ਕੀ ਕਰਦੀ ਹੈਗੀ ਆ ਸਰਬੱਤ ਦੇ ਭਲੇ ਲਈ, ਕੀ ਉਹਨਾਂ ਦਾ ਯੋਗਦਾਨ ਆ। ਸੋ ਆਓ ਰਲ ਕੇ ਅਸੀਂ ਇਸ ਮੁਹਿੰਮ ਨੂੰ ਇੱਕ ਹੋਰ ਹੀ ਲੈਵਲ ਤੱਕ ਲੈ ਜਾਈਏ, ਤਾਂ ਕਿ ਅਸੀਂ ਜਿੱਥੇ 1.5 ਲੱਖ ਜਾਨ ਬਚਾਈ ਆ ਤੇ ਉੱਥੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਰੂਰਤਮੰਦਾਂ ਨੂੰ ਸਾਡੇ ਖੂਨ ਦੇ ਨਾਲ ਉਹਨਾਂ ਦੀਆਂ ਜਾਨਾਂ ਬਚ ਸਕਣ। ਸੋ ਅੱਜ ਖਬਰਸਾਰ ਦੇ ਵਿੱਚ ਇੱਥੇ ਮੇਰਾ ਤੁਹਾਡੇ ਨਾਲ ਸਮਾਂ ਜਿਹੜਾ ਸਮਾਪਤ ਹੁੰਦਾ, ਪਰ ਸ਼ਾਮੀ ਮੇਰੇ ਨਾਲ ਡਾਕਟਰ ਗੁਰਪ੍ਰੀਤ ਸਿੰਘ ਮੰਗਟ, ਗੈਰੀ ਮੰਗਟ ਆ ਰਹੇ ਨੇ। ਖਾਸ ਗੱਲਬਾਤ ਹੋਵੇਗੀ, ਕੋਵਿਡ ਦੇ ਕੇਸ ਬਹੁਤ ਵੱਧ ਰਹੇ ਹੈਗੇ ਆ। ਸੋ ਅੱਜ ਸਾਡੀ ਖਾਸ ਗੱਲਬਾਤ ਉਹਦੇ ਤੇ ਹੋਵੇਗੀ। ਕੋਈ ਵੀ ਤੁਹਾਡਾ ਸਵਾਲ ਹੋਵੇ ਤੁਸੀਂ ਸਾਨੂੰ ਫੋਨ ਕਰ ਸਕਦੇ ਹੋ। ਸੋ ਸ਼ਾਮ ਤੱਕ ਤੁਸੀਂ ਰੱਖਿਓ ਖਿਆਲ। ਮੈਨੂੰ ਦਿਓ ਇਜਾਜ਼ਤ। ਦੇਖ ਰਹੇ ਸਾਰੇ ਹੀ ਪਰਿਵਾਰਾਂ ਨੂੰ ਪਿਆਰ, ਅਦਬ ਤੇ ਸਤਿਕਾਰ ਸਹਿਤ ਸਤਿ ਸ਼੍ਰੀ ਅਕਾਲ ਜੀ।